आप लिहो तुम कथा ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਸਤ ਸੰਭਾਰ ਸਰਬ ਤਿਸ ਥਾਨ, ਨਿਜ ਨਿਜ ਕਾਰ ਭਏ ਸਵਧਾਨ। ਸੁਭਟ ਸਨਦ ਬਦ ਥਿਰ ਰਹੇ, ਪੁਨਹ ਅਰੂਢਨ ਕੋ ਚਿਤ ਚਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਮਹਾਰਾਜ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਸਮਾਂ ਹੈ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ। ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਆਪਣੀ ਸਪੁੱਤਰੀ ਬੀਬੀ ਬੀਰੋ ਜੀ ਦਾ ਵਿਆਹ ਝਬਾਲ ਪਿੰਡ ਦੇ ਵਿੱਚ ਜਾ ਕੇ ਕੀਤਾ, ਕਿਉਂਕਿ ਅੰਮ੍ਰਿਤਸਰ ਵਿੱਚ ਜੰਗ ਹੋ ਗਿਆ ਸੀ ਤੇ ਬਰਾਤ ਨੂੰ ਝਬਾਲ ਹੀ ਬੁਲਾ ਲਿਆ। ਉੱਥੇ ਭਾਈ ਚੌਧਰੀ ਲੰਗਾਹ ਦੇ ਘਰ, ਇਹ 84 ਪਿੰਡਾਂ ਦਾ ਮਾਲਕ ਬੜਾ ਵੱਡਾ ਚੌਧਰੀ ਹੋਇਆ, ਗੁਰੂ ਅਰਜਨ ਦੇਵ ਜੀ ਦਾ ਬ੍ਰਹਮ ਗਿਆਨੀ ਸਿੱਖ ਹੋਇਆ। ਇਸ ਗੁਰਸਿੱਖ ਦੇ ਘਰ ਸਾਰਾ ਬੰਦੋਬਸਤ ਕਰਵਾਇਆ ਗਿਆ ਸੀ। ਇੱਥੇ ਹੀ ਵਿਆਹ ਦੀ ਸਾਰੀ ਮਰਜ਼ਾਦਾ ਹੋਈ। ਜਦੋਂ ਰਾਤ ਵੇਲੇ ਲਾਵਾਂ ਫੇਰੇ ਹੋ ਰਹੇ ਸਨ, ਕਿਲੇ ਵਿੱਚੋਂ ਇੱਕ ਤੁਰਕ ਨੇ ਮਹਾਰਾਜ ਤੇ ਗੋਲੀ ਚਲਾਈ, ਇਸ ਇਰਾਦੇ ਨਾਲ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਕੇ ਆਪਣੇ ਭਾਈਆਂ ਦਾ, ਜਿਹੜੇ 7000 ਮੁਸਲਮਾਨ ਸਿਪਾਹੀ ਗੁਰੂ ਨੇ ਮਾਰੇ ਨੇ, ਉਹਨਾਂ ਦੀ ਮੌਤ ਦਾ ਬਦਲਾ ਲੈ ਲਵਾਂ। ਪਰ ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਮਾਰਿਆ ਰਾਖੈ ਏਕੋ ਆਪ, ਮਾਰਨ ਤੇ ਰੱਖਣ ਵਾਲਾ ਪਰਮੇਸ਼ਰ ਹੀ ਹੈ। ਮਾਨੁਖ ਹੈ ਕੁਛ ਨਹੀਂ ਹਾਥ, ਬੰਦੇ ਦੇ ਹੱਥ ਕੁਛ ਨਹੀਂ। ਜਦੋਂ ਉਸਨੇ ਬੰਦੂਕ ਚਲਾਈ, ਬੰਦੂਕ ਪਿੱਛੋਂ ਦੀ ਫਟ ਗਈ, ਨਾਲੀ ਪਾਟ ਗਈ ਤੇ ਜਿਹੜਾ ਬਰੂਦ ਸੀ ਉਹਦੇ ਮੂੰਹ ਨੂੰ ਪੈ ਗਿਆ। ਗੋਲੀ ਉਸੇ ਨੂੰ ਲੱਗ ਗਈ ਤੇ ਉਹਦਾ ਮੂੰਹ ਉੱਡ ਗਿਆ ਤੇ ਖਤਮ ਹੋ ਗਿਆ, ਮਰ ਗਿਆ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ, ਭਾਈ ਧੀਰਜ ਰੱਖੋ, ਕੋਈ ਦੁਸ਼ਮਣ ਨਹੀਂ ਆਇਆ, ਦੁਸ਼ਮਣ ਪਾਪੀ ਨੇ ਗੋਲੀ ਚਲਾਈ ਸੀ, ਉਹ ਆਪ ਮਰ ਗਿਆ ਹੈ। ਬੜੇ ਪਿਆਰ ਨਾਲ ਆਪਣੀ ਬੇਟੀ ਦਾ ਵਿਆਹ ਕਰਕੇ ਅਗਲੇ ਦਿਨ ਡੋਲਾ ਵੀ ਤੋਰ ਦਿੱਤਾ ਤੇ ਗੁਰੂ ਸਾਹਿਬ ਇੱਥੋਂ ਚੱਲਣ ਦੀਆਂ ਤਿਆਰੀਆਂ ਕਰ ਲਈਆਂ। ਝਬਾਲ ਤੋਂ ਇੱਥੋਂ ਚੱਲਣ ਦੀ ਤਿਆਰੀ ਕਿਵੇਂ ਕੀਤੀ, ਉਹ ਕਥਾ ਆਪ ਜੀ ਸਰਵਣ ਕਰੋ। ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਸਤ ਸੰਭਾਰ ਸਰਬ ਤਿਸ ਥਾਨ, ਸਾਰਾ ਸਾਜੋ ਸਮਾਨ ਗੋਡਿਆਂ ਤੇ ਲੱਦ ਲਿਆ, ਰੱਥਾਂ ਤੇ ਸਵਾਰ ਹੋ ਕੇ ਸਾਰੀ ਵਸਤੂਆਂ ਸੰਭਾਲ ਕੇ ਨਿਜ ਨਿਜ ਕਾਰ ਭਏ ਸਵਧਾਨ। ਸਾਰੇ ਆਪਣੇ ਆਪਣੇ ਕੰਮ ਵਿੱਚ ਸਾਵਧਾਨ ਹੋ ਗਏ ਨੇ। ਜਿਨ੍ਹਾਂ ਜਿਨ੍ਹਾਂ ਦੀ ਜਿਹੜੀ ਜਿਹੜੀ ਡਿਊਟੀ ਸੀ ਉਹਨਾਂ ਨੇ ਸੰਭਾਲ ਲਈ ਹੈ। ਸੁਪਟ ਸਨਦ ਬਦ ਥਿਰ ਰਹੇ, ਔਰ ਸਾਰੇ ਯੋਧੇ ਸ਼ਸਤਰਧਾਰੀ ਹਥਿਆਰਬੰਦ ਹੋ ਕੇ, ਘੋੜਸਵਾਰ ਹੋ ਕੇ, ਸਨਦਬੱਧ ਹੁੰਦਾ ਭਾਵ ਕਮਰ ਕਸਾ ਕਰਕੇ ਤਿਆਰ ਬਰ ਤਿਆਰ ਹੋ ਕੇ ਰਹੇ ਹਨ। ਪੁਨਹ ਅਰੂਢਨ ਕੋ ਚਿਤ ਚਹੇ, ਹੁਣ ਮਹਾਰਾਜ ਇੱਥੋਂ ਝਬਾਲ ਤੋਂ ਚੱਲਣਾ ਚਾਹੁੰਦੇ ਨੇ। ਸਯੰਦਨ ਡੋਰੇ ਸਭ ਕਰ ਤਿਆਰ, ਸਾਰੇ ਰੱਥ, ਸਯੰਦਨ ਮੈਨੇ ਰੱਥ, ਡੋਰੇ ਮੈਨੇ ਡੋਲੇ, ਰੱਥ ਤੇ ਡੋਲੇ ਤਿਆਰ ਕੀਤੇ ਹਨ। ਸਭ ਪਰਿਵਾਰ ਭਏ ਅਸਵਾਰ, ਸਾਰਾ ਪਰਿਵਾਰ ਗੁਰੂ ਮਹਾਰਾਜ ਦਾ ਇੱਥੋਂ ਤਿਆਰ ਹੋਇਆ, ਅਸਵਾਰ ਹੋਏ ਨੇ। ਆਪਣੇ ਤੇ ਆਗੇ ਕਰ ਤੋਰੇ, ਆਪਣੇ ਤੋਂ ਪਹਿਲਾਂ ਆਪਣਾ ਪਰਿਵਾਰ ਤੋਰ ਦਿੱਤਾ ਗੁਰੂ ਜੀ ਨੇ। ਤਾਰਨ ਤਰਨ ਸੋ ਤੀਰਥ ਓਰੇ, ਸ੍ਰੀ ਤਰਨ ਤਾਰਨ ਸਾਹਿਬ ਵੱਲ, ਝਬਾਲ ਤੋਂ ਤਰਨ ਤਾਰਨ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਮੇਨ ਪੁਰਾਣਾ ਜੀਟੀ ਰੋਡ ਉਹੀ ਹੈ, ਉਹਦੇ ਉੱਤੇ ਪਰਿਵਾਰ ਨੂੰ ਤੋਰ ਦਿੱਤਾ ਹੈ। ਪੰਚੋਂ ਸਾਹਿਬਜ਼ਾਦੇ ਸੰਗ, ਨਾਲ 5 ਸਾਹਿਬਜ਼ਾਦੇ ਹਨ। 5 ਸਾਹਿਬਜ਼ਾਦੇ ਕਿਹੜੇ ਨੇ? ਵੱਡੇ ਬਾਬਾ ਗੁਰਦਿੱਤਾ ਜੀ, ਦੂਜੇ ਬਾਬਾ ਸੂਰਜਮਲ ਜੀ, ਤੀਜੇ ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ 5 ਪੁੱਤਰ ਮਹਾਰਾਜ ਦੇ ਨਾਲ ਹਨ। ਤੀਨੋਂ ਗੁਰ ਮਹਿਲਾ ਮਨ ਭੰਗ, ਤਿੰਨੇ ਗੁਰੂ ਦੇ ਮਹਿਲ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵੀ ਜੀ ਕੁਝ ਉਦਾਸ ਹਨ, ਕਿਉਂਕਿ ਇੱਕ ਤਾਂ ਬੇਟੀ ਤੋਰੀ ਹੈ,
ਧੀ ਦੇ ਜਾਣ ਕਰਕੇ ਵੀ ਮਾਵਾਂ ਨੂੰ ਉਦਾਸੀ ਹੁੰਦੀ ਹੈ। ਤੇ ਦੂਸਰੀ ਗੱਲ ਇਹ ਹੈ ਵੀ ਜੰਗ ਦੇ ਵਿੱਚ ਸਾਰਾ ਮਾਹੌਲ ਖਰਾਬ ਹੋ ਗਿਆ। ਕਿਤੇ ਬੜੀਆਂ ਖੁਸ਼ੀਆਂ ਨਾਲ ਵਿਆਹ ਕਰਨਾ ਸੀ ਅੰਮ੍ਰਿਤਸਰ ਦੀ ਧਰਤੀ ਤੇ ਉਹ ਅੰਮ੍ਰਿਤਸਰ ਦੀ ਧਰਤੀ ਛੱਡਣੀ ਪੈ ਗਈ ਤੇ ਗੁਰੂ ਸਾਹਿਬ ਨੂੰ ਹੁਣ ਤਰਨ ਤਾਰਨ ਵੱਲ ਜਾਣਾ ਪਿਆ। ਝਬਾਲ ਤੋਂ ਮਾਤਾ ਜੀ ਡੋਲਿਆਂ 'ਚ ਬੈਠ ਕੇ ਚੱਲ ਪਏ ਹਨ। ਸੁਖ ਸੋ ਬਸਤ ਆਪਣੇ ਧਾਮ। ਮਾਤਾ ਮਹਾਦੇਵੀ, ਮਾਤਾ ਦਮੋਦਰੀ, ਮਾਤਾ ਨਾਨਕੀ ਦੁਖੀ ਇਸ ਕਰਕੇ ਹਨ, ਕਹਿੰਦੀਆਂ ਨੇ ਅਸੀਂ ਆਪਣੇ ਘਰ 'ਚ ਸੁੱਖ ਨਾਲ ਰਹਿੰਦੇ ਸੀ। ਆਪਣੇ ਘਰ ਦੇ ਵਰਗਾ ਕਿਤੇ ਸੁੱਖ ਨਹੀਂ ਹੁੰਦਾ। ਅਬਿਨਾਸੀ ਸੁੱਖ ਆਪਨ ਆਸਨ। ਸੁਖਮਨੀ ਸਾਹਿਬ ਵਿੱਚ ਵੀ ਮਹਾਰਾਜ ਨੇ ਲਿਖਿਆ ਵੀ ਆਪਣੇ ਆਸਣ 'ਤੇ ਅਬਿਨਾਸੀ ਸੁੱਖ ਹੁੰਦਾ। ਬਾਹਰ ਜਿੱਥੇ ਮਰਜ਼ੀ ਚਲੇ ਜਾਓ, ਭਾਵੇਂ ਜਿੱਡੇ ਮਰਜ਼ੀ ਹੋਟਲ 'ਚ ਕਮਰਾ ਲੈ ਲਓ, ਨੀਂਦ ਆਪਣੇ ਘਰ ਵਰਗੀ ਨਹੀਂ ਆਉਂਦੀ। ਆਪਣਾ ਘਰ ਭਾਵੇਂ ਕੱਖਾਂ ਦੀ ਕੁੱਲੀ ਹੋਵੇ, ਉਹਦੇ ਵਿੱਚ ਜਿਹੜਾ ਆਨੰਦ ਆਉਂਦਾ ਹੈ ਉਹ ਬਾਹਰ ਕਿਤੇ ਜਾ ਕੇ ਨਹੀਂ ਆਉਂਦਾ। ਮਾਤਾ ਸੋਚਦੀ ਹੈ ਅਸੀਂ ਸੁੱਖ ਨਾਲ ਆਪਣੇ ਘਰਾਂ ਵਿੱਚ ਰਹਿੰਦੇ ਸੀ। ਆਏ ਤਿਆਗ ਸਮਾਜ ਤਮਾਮ। ਐਡਾ ਵੱਡਾ ਗੁਰੂ ਕਾ ਨਗਰ ਸ੍ਰੀ ਅੰਮ੍ਰਿਤਸਰ, ਗੁਰੂ ਕੇ ਮਹਿਲ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਬੇਅੰਤ ਅਸਥਾਨ, ਉਸ ਗੁਰੂ ਕੀ ਨਗਰੀ ਨੂੰ, ਗੁਰੂ ਰਾਮਦਾਸ ਦੀ ਨਗਰੀ ਨੂੰ ਛੱਡ ਕੇ ਆ ਗਏ ਹਾਂ। ਵਸਦਾ ਰਸਦਾ ਭਰਿਆ ਘਰ ਛੱਡ ਕੇ ਆ ਗਏ ਹਾਂ। ਇਸ ਗੱਲ ਦੀ ਤਿੰਨੇ ਮਾਤਾ ਚਿੰਤਾ ਕਰਦੀਆਂ ਹਨ। ਥੋੜੀ ਬਾਤ ਬਾਜ਼ ਕੀ ਕਹਾਂ। ਤੇ ਮਾਤਾ ਦਮੋਦਰੀ, ਮਾਤਾ ਨਾਨਕੀ, ਮਾਤਾ ਮਹਾਦੇਵੀ ਉਹ ਆਪਸ 'ਚ ਗੱਲਾਂ ਕਰਦੀਆਂ ਨੇ ਵੀ ਥੋੜ੍ਹੀ ਜਿਹੀ ਗੱਲ ਪਿੱਛੇ ਕਿੱਡਾ ਵਿਗਾੜ ਪਿਆ, ਬਾਜ ਪਿੱਛੇ ਕਿੱਡਾ ਜੰਗ ਹੋ ਗਿਆ। ਇਹ ਕੋਈ ਏਡੀ ਵੱਡੀ ਗੱਲ ਨਹੀਂ ਸੀ ਜਿਹੜਾ ਇਹ ਵਿਗਾੜ ਪੈ ਗਿਆ ਹੈ। ਕੀਨ ਬਿਗਾਰਨ ਕਾਰਜ ਮਹਾ। ਇਹ ਬੜਾ ਵੱਡਾ ਕੰਮ ਵਿਗਾੜ ਲਿਆ ਹੈ। ਕੋ ਕਹਿ ਸਕ ਹੈ ਤਿਨਹੁ ਅਗਾਰੀ। ਕਹਿੰਦੇ ਗੁਰੂ ਸਾਹਿਬ ਨੂੰ ਕੌਣ ਕਹਿ ਸਕਦਾ ਹੈ। ਮਹਾਰਾਜ ਆਪਣੀ ਲੀਲਾ ਕਰਨ ਵਾਲੇ ਆਪਣੀ ਮਰਜ਼ੀ ਨਾਲ ਵਿਚਰਦੇ ਹਨ। ਤੂਰਨ ਸਫਲ ਹੈ ਗਿਰਾ ਉਚਾਰੀ। ਤੇ ਜੋ ਬਚਨ ਮੂੰਹ ਤੋਂ ਕਹਿ ਦਿੰਦੇ ਨੇ ਉਹ ਪੂਰਾ ਹੋ ਜਾਂਦਾ। ਛੋਟੀ ਜੀ ਗੱਲ ਤੋਂ ਕਿੱਡਾ ਵੱਡਾ ਬਚਨ ਹੋ ਗਿਆ। ਕਹਿਣ ਲੱਗੇ ਮਠਿਆਈ ਮੇਰੇ ਸਿੱਖਾਂ ਨੂੰ ਨਹੀਂ ਖਵਾਈ, ਇਹ ਤੁਰਕ ਖਾਣਗੇ। ਹਾਂਜੀ, ਮੋਰਨ ਕਰੇ ਹੇਤ ਪਕਵਾਨਾ। ਹਾਂ, ਮੈਂ ਤਾਂ ਮਾਤਾ ਦਮੋਦਰੀ ਇਸ ਗੱਲ ਤੇ ਝੂਰਦੀ ਹੈ। ਮੈਂ ਤਾਂ ਇਹ ਸੋਚਿਆ ਸੀ ਵੀ ਬਰਾਤੀਆਂ ਵਾਸਤੇ ਮਠਿਆਈ ਬਣੀ ਹੈ, ਸਿੱਖਾਂ ਨੂੰ ਕੁਝ ਪ੍ਰਸ਼ਾਦਾ ਪਾਣੀ ਛਕਾ ਦਿਓ। ਸੁੱਚੀ ਮਠਿਆਈ ਪਹਿਲਾਂ ਬਰਾਤੀਆਂ ਨੂੰ ਛਕਾਈ ਦੀ ਹੈ, ਫਿਰ ਕੋਈ ਖਾਂਦਾ। ਦੁਨੀਆ ਦੀ ਰੀਤੀ ਰਿਵਾਜ ਵੀ ਇਹੋ ਜਿਹਾ। ਮੈਂ ਤਾਂ ਦੁਨਿਆਵੀ ਮਰਿਆਦਾ ਜੋ ਚੱਲੀ ਆਉਂਦੀ ਹੈ, ਵਿਆਹ ਦੀ ਮਠਿਆਈ ਪਹਿਲਾਂ ਬਰਾਤੀਆਂ ਨੂੰ ਫਿਰ ਕਿਸੇ ਹੋਰ ਨੂੰ ਮਿਲਦੀ ਹੈ, ਤਾਂ ਮੋੜਿਆ ਸੀ, ਤਾਂ ਨਾ ਕੀਤੀ ਸੀ। ਤੁਰਕ ਖਾਹੇਂਗੇ ਸਰਾਪ ਬਖਾਨਾ। ਤੇ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਵੀ ਜਿਹੜੇ ਮੇਰੇ ਸਿੱਖਾਂ ਨੂੰ ਨਹੀਂ ਨਾ ਦਿੱਤੀ ਮਠਿਆਈ, ਇਹ ਤੁਰਕ ਖਾਣਗੇ। ਉਹ ਬਚਨ ਪਿੱਛੇ ਕਿੱਡਾ ਜੰਗ ਹੋ ਗਿਆ, ਕਿੱਡਾ ਕਲੇਸ਼ ਹੋਇਆ। ਮਠਿਆਈ ਤੁਰਕ ਖਾ ਗਏ। ਬੱਚੀ ਦੀ ਵਿਆਹ ਦੀ ਮਠਿਆਈ ਸੀ ਤੇ ਬੱਚੀ ਦੇ ਵਿਆਹ ਵਿੱਚ ਐਡਾ ਵੱਡਾ ਵਿਘਨ ਪੈ ਗਿਆ। ਨਿਜ ਨੁਕਸਾਨ ਨਾ ਜਾਣਾ ਨੈਕ। ਆਪਣਾ ਨੁਕਸਾਨ ਵੀ ਨਹੀਂ ਜਾਣਿਆ ਵੀ ਮੇਰੀ ਧੀ ਦਾ ਵਿਆਹ ਹੈ। ਗੁਰੂ ਸਾਹਿਬ ਨੇ ਇਹ ਵੀ ਨਹੀਂ ਸੋਚਿਆ ਵੀ ਆਪਣਾ ਨੁਕਸਾਨ ਹੀ ਹੈ। ਆਪਣੇ ਹੀ ਘਰ ਨੂੰ ਸਰਾਪ ਦੇ ਰਹੇ ਆ, ਆਪਣੇ ਹੀ ਘਰ 'ਚ ਵਿਘਨ ਪਾ ਰਹੇ ਆ। ਇਹ ਗੁਰੂਆਂ ਦੀ ਖੇਡ ਸਾਧ ਸੰਗਤ ਜੀ ਦੁਨੀਆ ਤੋਂ ਪਰੇ ਹੁੰਦੀ ਹੈ। ਦੁਨੀਆ ਵਾਲੇ ਕਿੱਥੇ ਪਹੁੰਚ ਸਕਦੇ ਜਿੱਥੇ ਗੁਰੂ ਸਾਹਿਬ ਦੀ ਖੇਡ ਹੈ, ਸੰਸਾਰ ਤੋਂ ਪਰੇ। ਸੰਸਾਰੀ ਬੰਦੇ ਦੇ ਦਿਮਾਗ ਨਾਲ ਸੋਚਦੇ ਆ ਵੀ ਇੱਦਾਂ ਹੋਵੇਗਾ ਤੇ ਇੱਦਾਂ ਹੋ ਜਾਏਗਾ, ਇੱਦਾਂ ਹੋਵੇਗਾ ਤੇ ਇੱਦਾਂ ਹੋਵੇਗਾ। ਗੁਰੂ ਸਾਹਿਬ ਦੇ ਉੱਪਰੋਂ ਅਗੰਮੀ ਹੁਕਮ ਚੱਲਦੇ ਆ, ਉਹ ਸੰਸਾਰੀ ਬੰਦਿਆਂ ਨੂੰ ਨਹੀਂ ਸਮਝ ਆਉਂਦੀ। ਹਾਂਜੀ, ਸੁਤਾ ਵਿਆਹ ਮਹਿ ਬਿਘਨ ਅਨੇਕ। ਹਾਂ, ਆਪਣੀ ਬੇਟੀ ਦੇ ਵਿਆਹ ਵਿੱਚ ਬੜੇ ਵਿਘਨ ਪੈ ਗਏ। ਇਹ ਗੁਰੂ ਸਾਹਿਬ ਨੇ ਕੀ ਖੇਡ ਰਚਾਈ ਹੈ। ਸਿਆਣੀ ਸਾਸ ਹੁਤੀ ਇਸ ਕਾਲ। ਮਾਤਾ ਜੀ ਸੋਚਦੇ ਨੇ ਜੇ ਸਾਡੀ ਸੱਸ ਮਾਤਾ ਗੰਗਾ ਇਸ ਵੇਲੇ ਹੁੰਦੀ, ਉਹ ਸਿਆਣੀ ਸੀ, ਉਹ ਇਸ ਮਸਲੇ ਨੂੰ ਸੁਲਝਾ ਲੈਂਦੀ। ਉਹਦੀ ਬੜੀ ਯਾਦ ਆ ਰਹੀ ਹੈ ਮਾਤਾ ਗੰਗਾ ਦੀ, ਕਿਉਂਕਿ ਮਾਤਾ ਗੰਗਾ ਜੀ ਕੁਝ ਸਮਾਂ ਪਹਿਲਾਂ ਹੀ ਬਾਬੇ ਬਕਾਲੇ ਜਾ ਕੇ ਸਰੀਰ ਛੱਡ ਗਏ ਸਨ। ਭਾਈ ਮੇਰੇ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਗਏ ਹੋਏ ਸਨ, ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਗਏ ਸਨ। ਉੱਥੇ ਮਾਤਾ ਗੰਗਾ ਜੀ ਚੋਲਾ ਛੱਡ ਗਏ ਤੇ ਉਹਨਾਂ ਦਾ ਉੱਥੇ ਹੀ ਸੰਸਕਾਰ ਜਲ ਪ੍ਰਵਾਹ ਹੋਇਆ ਜੋ ਦਰਿਆ ਬਿਆਸਾ ਦੇ ਵਿੱਚ।
ਇਸ ਕਰਕੇ ਮਾਤਾ ਜੀ ਦੇ ਜਾਣ ਕਰਕੇ ਮਾਤਾ ਦਮੋਦਰੀ ਤੇ ਸਾਰੀ ਜ਼ਿੰਮੇਵਾਰੀ ਆ ਗਈ। ਸੱਸ ਦੇ ਜਾਣ ਤੋਂ ਬਾਅਦ ਨੂੰਹ ਦੇ ਮੋਢਿਆਂ ਤੇ ਭਾਰ ਆ ਜਾਂਦਾ, ਜ਼ਿੰਮੇਵਾਰੀ ਆ ਜਾਂਦੀ ਹੈ। ਇਨ ਬਾਤਨ ਕੋ ਲੇਤ ਸੰਭਾਲ। ਜੇ ਅੱਜ ਮਾਤਾ ਜਿਉਂਦੀ ਹੁੰਦੀ ਤੇ ਉਹ ਸੰਭਾਲ ਲੈਂਦੀ ਨਾ ਗੱਲਾਂ ਨੂੰ, ਇਸ ਮਸਲੇ ਨੂੰ ਸੁਲਝਾ ਲੈਂਦੀ, ਤਉ ਭਈ ਸੁਖ ਜੰਗ ਮਝਾਰੇ। ਫਿਰ ਵੀ ਚਲੋ ਗੁਰੂ ਨਾਨਕ ਦਾ ਸ਼ੁਕਰ ਹੈ, ਐਡੇ ਵੱਡੇ ਜੰਗ ਵਿੱਚ ਬਹੁਤਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਗੁਰੂ ਸਾਹਿਬ ਦਾ ਸਰੀਰ ਠੀਕ ਹੈ, ਗੁਰੂ ਕੇ ਸਾਹਿਬਜ਼ਾਦੇ ਠੀਕ ਹਨ, ਭਾਵੇਂ ਸਿੱਖ ਕਾਫੀ ਸ਼ਹੀਦ ਹੋ ਗਏ, ਦੁੱਖ ਵੀ ਹੈ ਉਹਨਾਂ ਦੇ ਸ਼ਹੀਦਾਂ ਦਾ, ਪਰ ਜੇ ਕੋਈ ਵੱਡੀ ਗੱਲ ਹੋ ਜਾਂਦੀ, ਗੁਰੂ ਸਾਹਿਬ ਨੂੰ ਕੋਈ ਸੱਟ ਫੇੜ ਲੱਗਦੀ ਜਾਂ ਕਿਸੇ ਸਿੱਖ ਵੱਡੇ ਨੂੰ, ਮਹਾਰਾਜ ਦੇ ਸਾਹਿਬਜ਼ਾਦੇ ਨੂੰ, ਫਿਰ ਘਰ ਦੇ ਵਿੱਚ ਦੁੱਖ ਬਹੁਤਾ ਹੋਣਾ ਸੀ। ਇਸ ਕਰਕੇ ਮਾਤਾ ਜੀ ਕਹਿੰਦੇ ਆ ਵੀ ਚਲੋ ਗੁਰੂ ਸਾਹਿਬ ਨੇ ਖੇਡ ਤਾਂ ਬੜੀ ਔਖੀ ਰਚਾਈ ਸੀ, ਫਿਰ ਵੀ ਸੁੱਖ ਰਹਿ ਗਿਆ ਹੈ। ਜੀਅਤ ਬਚੇ ਸੰਬੰਧੀ ਸਾਰੇ। ਆਪਣੇ ਸੰਬੰਧੀ ਜਿਉਂਦੇ ਬਚ ਗਏ ਸਾਰੇ। ਇਤਿਆਦਿਕ ਬਹੁਰ ਦੇ ਵਿਚਾਰਤ। ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਮਾਤਾ ਦਮੋਦਰੀ ਦੇ ਦਿਮਾਗ 'ਚ ਆਉਂਦੀਆਂ ਨੇ। ਮਾਤਾ ਦਮੋਦਰੀ ਬਹੁਤ ਚਿੰਤਾ ਕਰਦੀ ਹੈ ਵੀ ਕੀ ਭਾਣਾ ਵਰਤ ਗਿਆ। ਸੁਖੀ ਸਾਂਦੀ ਵਸਦੇ ਆਪਣੇ ਘਰ ਦੇ ਵਿੱਚ, ਤੇ ਐਡਾ ਵੱਡਾ ਮਹਾਰਾਜ ਪਰਮੇਸ਼ਰ ਨੇ ਸਾਡੇ ਤੇ ਭਾਣਾ ਵਰਤਾ ਦਿੱਤਾ। ਮਿਲਤ ਆਪ ਮਹਿ ਬੈਠ ਉਚਾਰਤ। ਕਹਿੰਦੇ ਆਪਸ ਵਿੱਚ ਮਾਤਾ ਨਾਨਕੀ, ਮਾਤਾ ਦਮੋਦਰੀ, ਮਾਤਾ ਮਹਾਂਦੇਵੀ ਤਿੰਨੇ ਹੀ ਬਹਿ ਕੇ ਵਿਚਾਰ ਕਰਦੀਆਂ ਹਨ। ਚਿੰਤ ਪਰਾਇਨ ਸਭ ਪਰਿਵਾਰੋ। ਸਾਰੇ ਪਰਿਵਾਰ ਨੂੰ ਚਿੰਤਾ ਹੋ ਰਹੀ ਹੈ ਵੀ ਹੁਣ ਕੀ ਬਣੇਗਾ। ਕਿੱਡਾ ਵੱਡਾ ਗੁਰੂ ਕਾ ਪਵਿੱਤਰ ਸ਼ਹਿਰ ਅੰਮ੍ਰਿਤਸਰ ਛੁੱਟ ਗਿਆ ਤੇ ਹੁਣ ਸਾਨੂੰ ਪਤਾ ਨਹੀਂ ਕਿੱਥੇ ਰਹਿਣਾ ਪਵੇਗਾ। ਸਿਮਰਤ ਸਦਨ ਆਨੰਦ ਉਦਾਰੂ। ਸ੍ਰੀ ਅੰਮ੍ਰਿਤਸਰ ਦੇ ਸੁੱਖ, ਸ੍ਰੀ ਅੰਮ੍ਰਿਤਸਰ ਦਾ ਆਨੰਦ ਚੇਤੇ ਕਰਦੀਆਂ ਨੇ ਮਾਤਾਵਾਂ। ਬਿਗਨ ਅਚਾਨਕ ਆਪ ਉਠਾਇਓ ਹੋ। ਕਹਿੰਦੇ ਮਹਾਰਾਜ ਨੇ ਕੀ ਲੀਲਾ ਰਚਾਈ ਹੈ, ਐਡਾ ਵੱਡਾ ਬਿਗਨ ਵਿਆਹ ਦੇ ਦਿਨਾਂ 'ਚ ਆ ਪਿਆ ਹੈ। ਇੱਕ ਪਾਸੇ ਖੁਸ਼ੀਆਂ ਨਾਲ ਬੇਟੀ ਤੋਰਨੀ ਸੀ ਤੇ ਉੱਥੇ ਜੰਗ ਹੋ ਗਿਆ। ਉਸ ਦਿਨ ਹੀ ਲੜਾਈ ਹੋਈ ਜਿਸ ਦਿਨ ਵਿਆਹ ਸੀ। ਹਾਂਜੀ, ਬਿਗ੍ਰਹਿ ਕਾਰਜ ਨਹਿ ਮਨ ਆਇਓ ਹੋ। ਇਹ ਆਪਣੀ ਮਾਇਆ ਵਰਤਾ ਦਿੱਤੀ, ਆਪਣੀ ਖੇਡ ਵਰਤਾ ਦਿੱਤੀ। ਸੰਸਾਰੀ ਬੰਦੇ ਸੰਸਾਰੀ ਦ੍ਰਿਸ਼ਟੀਕੋਣ ਤੋਂ ਸੋਚਦੇ ਨੇ ਤੇ ਰੱਬ ਦੇ ਪਿਆਰੇ ਉਸ ਰੱਬੀ ਰੰਗਾਂ ਵਿੱਚ ਰੰਗੇ, ਉਸ ਨਿਰੰਕਾਰ ਦੇ ਰੰਗਾਂ ਵਿੱਚ ਉਸੇ ਢੰਗ ਨਾਲ ਸੋਚਦੇ ਨੇ। ਸੋ ਮਾਤਾ ਸੋਚਦੀ ਹੈ ਵੀ ਗੁਰੂ ਸਾਹਿਬ ਨੇ ਆਪਣੇ ਘਰ ਦੇ ਵਿੱਚ ਆਪ ਹੀ ਵਿਘਨ ਪਾ ਲਿਆ। ਸਤਿਗੁਰ ਬੋਹਰ ਭਏ ਅਸਵਾਰਾ। ਇੱਦਾਂ ਮਾਤਾਵਾਂ ਸੋਚਦੀਆਂ ਡੋਲਿਆਂ 'ਚ ਬੈਠ ਗਈਆਂ, ਰੱਥਾਂ 'ਚ ਬੈਠ ਕੇ ਤੁਰ ਪਈਆਂ ਤੇ ਗੁਰੂ ਮਹਾਰਾਜ ਵੀ ਆਪ ਘੋੜੇ ਤੇ ਸਵਾਰ ਹੋ ਗਏ। ਵਜਿਓ ਜੀਤ ਕੋ ਮਹਿਦ ਨਗਾਰਾ। ਤੇ ਮਹਾਰਾਜ ਦਾ ਨਗਾਰਾ ਵੱਜਾ ਵੱਡਾ, ਜਿਹਦੇ ਵਿੱਚ ਜਿੱਤ ਦੀ ਆਵਾਜ਼ ਆ ਰਹੀ ਸੀ। ਫਤਿਹ ਦਾ ਨਗਾਰਾ ਵੱਜਿਆ ਹੈ। ਸਪਾਟ ਸਨਦਬਦ ਹੋਏ ਚਰੇ। ਮਹਾਰਾਜ ਦੀਆਂ ਫੌਜਾਂ ਘੋੜਿਆਂ ਤੇ ਸਵਾਰ ਹੋ ਕੇ ਚੜ ਗਈਆਂ। ਸਾਰੇ ਸ਼ਸਤਰ ਧਾਰੀ, ਤਲਵਾਰਾਂ, ਬੰਦੂਕਾਂ, ਬਰਛੇ, ਢਾਲਾਂ, ਤਲਵਾਰਾਂ, ਕਮਰ ਕੱਸੇ ਲੱਗੇ ਹੋਏ, ਸੀਸ ਤੇ ਦੁਮਾਲੇ ਤੇ ਚੱਕਰ ਚਲਾਏ ਹੋਏ। ਇਸ ਤਰ੍ਹਾਂ ਮਹਾਰਾਜ ਦੀ ਫੌਜ ਸਨਦਬੱਧ ਹੋ ਕੇ ਨਾਲ ਹਮ ਰਕਾਬ ਹੋ ਗਈ ਗੁਰੂ ਸਾਹਿਬ ਜੀ ਦੇ। ਸਨਹਿ ਸਨਹਿ ਕਰ ਮਾਰਗ ਪਰੇ। ਤੇ ਸਹਿਜੇ ਸਹਿਜੇ ਪਿੰਡ ਝਬਾਲ ਤੋਂ ਤਰਨ ਤਾਰਨ ਦੇ ਰਾਹ ਤੇ ਤੁਰ ਪਏ। ਤੋ ਨਿਕਟ ਹੀ ਤਾਰਨ ਤਰਨ। ਸ੍ਰੀ ਤਰਨ ਤਾਰਨ ਸਾਹਿਬ ਝਬਾਲ ਤੋਂ ਨੇੜੇ ਹੀ ਹੈ। ਰਸਤੇ 'ਚ ਨੂਰਦੀਨ ਦੀ ਸਰਾਂ ਆਉਂਦੀ ਹੈ, ਜਿੱਥੇ ਸਾਧ ਸੰਗਤ ਜੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦਾ ਜਨਮ ਹੋਇਆ। ਕਵੀ ਜੀ ਇਸ ਇਲਾਕੇ 'ਚ ਜੰਮੇ ਪਲੇ ਖੇਡੇ ਹਨ, ਚੱਪੇ ਚੱਪੇ ਦੇ ਵਾਕਫ ਹਨ ਤੇ ਕਵੀ ਜੀ ਉਹ ਇਤਿਹਾਸ ਅੱਖਾਂ ਨਾਲ ਵੇਖ ਕੇ ਲਿਖ ਰਹੇ ਹਨ। ਸੁਰਤ ਦੇ ਵਿੱਚ ਕਿਵੇਂ ਗੁਰੂ ਸਾਹਿਬ ਉੱਥੋਂ ਲੰਘੇ ਹਨ ਉਹ ਬਿਆਨ ਕਰਨ ਲੱਗੇ। ਕਹਿੰਦੇ ਤਰਨ ਤਾਰਨ ਸਾਹਿਬ ਨੇੜੇ ਹੈ ਝਬਾਲ ਤੋਂ। ਪਹੁੰਚੇ ਗੁਰੂ ਸੋ ਕਾਰਨ ਕਰਨ। ਕਾਰਨ ਕਰਨ ਸਤਿਗੁਰੂ ਮਹਾਰਾਜ ਤਰਨ ਤਾਰਨ ਆਪ ਪਹੁੰਚੇ ਹਨ। ਤੀਰਥ ਕੀ ਪੂਰਬ ਦਿਸ਼ ਮਾਹੇ। ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਪੂਰਬ ਵਾਲੀ ਜਿਹੜੀ ਦਿਸ਼ਾ ਹੈ, ਯਾਨੀ ਈਸਟ ਵਾਲਾ ਜਿਹੜਾ ਪਾਸਾ ਹੈ, ਕਰਿਓ ਸਿਵਰ ਪਿਖ ਸ਼ੁਭ ਥਲ ਜਾਹੇ। ਉੱਥੇ ਮਹਾਰਾਜ ਨੇ ਸੋਹਣੀ ਥਾਂ ਵੇਖ ਕੇ ਡੇਰਾ ਕੀਤਾ। ਅੱਜ ਕੱਲ੍ਹ ਤਰਨ ਤਾਰਨ ਸਾਹਿਬ ਪਰਿਕਰਮਾ ਵਿੱਚ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ, ਉਹਨਾਂ ਵਿੱਚੋਂ ਮੇਨ ਤਾਂ ਦਰਬਾਰ ਸਾਹਿਬ ਹੈ ਤੇ ਦੂਜੇ ਤੇ ਨੰਬਰ 'ਤੇ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ। ਉਹ ਵੀ ਪਰਿਕਰਮਾ ਦੇ ਵਿੱਚ ਹੀ ਹੈ, ਛੋਟਾ ਜਿਹਾ ਕਮਰਾ ਹੀ ਹੈ।
ਉੱਥੇ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਚੱਲਦੇ ਰਹਿੰਦੇ। ਤਰਨਤਾਰਨ ਸਾਹਿਬ ਦੀ ਪਰਿਕਰਮਾ ਵਿੱਚ ਹੀ ਬਾਬਾ ਨੈਣਾ ਸਿੰਘ ਜੀ ਅਕਾਲੀ ਬੁੱਢੇ ਦਲ ਦੇ 5ਵੇਂ ਜਥੇਦਾਰ ਸਿੰਘ ਸਾਹਿਬ ਜੀ ਦਾ ਸਥਾਨ ਹੈ। ਉਸੇ ਪਰਿਕਰਮਾ ਦੇ ਵਿੱਚ ਹੀ ਜਿਹੜਾ ਵੈਸਟ ਵਾਲਾ ਪਾਸਾ ਹੈ ਉਧਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਜੀ ਅਕਾਲੀ ਜੀ ਦਾ ਤਪ ਸਥਾਨ ਵੀ ਹੈ। ਇਹ ਤਰਨਤਾਰਨ ਸਾਹਿਬ ਜਦੋਂ ਤੁਸੀਂ ਜਾਓ ਤਾਂ ਇਹਨਾਂ ਇਤਿਹਾਸਿਕ ਸਥਾਨਾਂ ਦੇ ਵੀ ਦਰਸ਼ਨ ਕਰੋ, ਇਤਿਹਾਸ ਨੂੰ ਸਮਝੋ। ਜਿਹੜਾ 6ਵੇਂ ਪਾਤਸ਼ਾਹ ਦਾ ਸਥਾਨ ਹੈ, ਇੱਥੇ ਗੁਰੂ ਸਾਹਿਬ ਜੀ ਨੇ ਆ ਕੇ ਡੇਰਾ ਕੀਤਾ ਸੀ। ਸਭ ਸੂਰਨ ਕੀ ਨਿਸ ਬਿਸਰਾਮੂ, ਮਹਾਰਾਜ ਦੀਆਂ ਫੌਜਾਂ ਨੇ, ਸੂਰਬੀਰਾਂ ਨੇ, ਯੋਧਿਆਂ ਨੇ ਰਾਤ ਇੱਥੇ ਵਿਸਰਾਮ ਕੀਤਾ ਹੈ। ਮੱਜਨ ਕਰਿਓ ਤਾਲ ਅਬਿਰਾਮੂ, ਔਰ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਰੋਵਰ ਤਰਨਤਾਰਨ ਸਾਹਿਬ ਵਿੱਚ ਇਹ ਗੁਰੂ ਅਰਜਨ ਦੇਵ ਜੀ ਨੇ ਲਵਾਇਆ ਸੀ। 1,57,000 ਰੁਪਈਆ ਖਰਚਿਆ ਸੀ। ਉਹ ਜ਼ਮੀਨ ਸਾਰੀ ਪਲਾਸੂਰ ਤੇ ਨਾਲੇ ਹੋਰ ਕਈ ਪਿੰਡਾਂ ਦੀ ਖਰੀਦ ਕੇ ਤੇ ਉਸ ਜ਼ਮੀਨ ਦੇ ਵਿੱਚ ਇਹ ਸਰੋਵਰ ਖੁਦਵਾਇਆ ਸੀ। ਸਭ ਤੋਂ ਵੱਡਾ ਸਰੋਵਰ ਇਹ ਤਰਨਤਾਰਨ ਸਾਹਿਬ ਆਕਾਰ ਦੇ ਵਿੱਚ 1000 ਫੁੱਟ ਲੰਮਾ ਹੈ, 990 ਫੁੱਟ ਚੌੜਾ ਹੈ। ਤੁਸੀਂ ਕਦੀ ਤਰਨਤਾਰਨ ਸਾਹਿਬ ਦਰਸ਼ਨ ਕਰੋਗੇ, ਇਹਦਾ ਬਹੁਤ ਵੱਡਾ 1000 ਫੁੱਟ ਇੱਕ ਲੰਬਾਈ ਇੱਕ ਪਾਸਿਓਂ ਤੇ 990 ਫੁੱਟ ਦੀ ਚੜਾਈ ਹੈ। ਪਰਿਕਰਮਾ ਕਰਦੇ ਥੱਕ ਜਾਈਦਾ, ਐਡਾ ਵੱਡਾ ਸਰੋਵਰ ਮਹਾਰਾਜ ਦਾ ਤਰਨਤਾਰਨ ਸਾਹਿਬ ਦਾ। ਉਹਦੇ ਵਿੱਚ ਗੁਰੂ ਕੀਆਂ ਫੌਜਾਂ ਨੇ ਇਸ਼ਨਾਨ ਕੀਤਾ ਹੈ। ਬਹੁ ਗ੍ਰੀਖਮ ਕੀ ਤਪਤ ਮਿਟਾਈ, ਗਰਮੀ ਬੜੀ ਸੀਗੀ, ਜੇਠ ਦਾ ਮਹੀਨਾ ਸੀ। ਜੇਠ ਦੀ 26 ਤਰੀਕ ਨੂੰ ਵਿਆਹ ਹੋਇਆ ਤੇ 27 ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਇੱਥੇ ਪਹੁੰਚ ਗਏ। ਗਰਮੀ ਬਹੁਤ ਸੀ, ਇਸ ਕਰਕੇ ਸਾਰਿਆਂ ਨੇ ਇਸ਼ਨਾਨ ਕੀਤੇ ਸਰੋਵਰ ਦੇ ਵਿੱਚ, ਗਰਮੀ ਦੂਰ ਕੀਤੀ ਹੈ। ਤਟ ਪਰ ਬੈਠ ਸੋ ਗਏ ਗੁਸਾਈ, ਤੇ ਮਹਾਰਾਜ ਸਰੋਵਰ ਦੇ ਕਿਨਾਰੇ ਤੇ ਬੈਠ ਗਏ ਹਨ। ਸ਼੍ਰੀ ਅਰਜਨ ਕੋ ਤੀਰਥ ਮਹਾ, ਤੇ ਮਹਾਰਾਜ ਧਿਆਨ ਕਰ ਰਹੇ ਨੇ ਆਪਣੇ ਪਿਤਾ ਜੀ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਪਾਤਸ਼ਾਹ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਤਿਗੁਰਾਂ ਦਾ ਤੀਰਥ ਹੈ 5ਵੇਂ ਪਾਤਸ਼ਾਹ ਜੀ ਮਹਾਰਾਜ ਦਾ। ਮਹਿਮਾ ਸਹਿਤ ਬਿਲੋ ਕਿਉ ਤਹਾਂ, ਇਸ ਪਵਿੱਤਰ ਸਥਾਨ ਦੀ ਮਹਿਮਾ, ਇਸ ਸਥਾਨ ਦੀ ਵਡਿਆਈ ਵੇਖੀ ਹੈ। ਧੰਨ ਗੁਰੂ ਅਰਜਨ ਦੇਵ ਜੀ ਬੜੀ ਸ਼ਰਧਾ ਨਾਲ ਇਹਨੂੰ ਬਣਾਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਇਹਦੀ ਵਡਿਆਈ ਸੰਗਤ ਨੂੰ ਵੀ ਦੱਸਦੇ ਹਨ। ਕਹਿਓ ਮਹਾਤਮ ਸਿੱਖਿਅਨ ਸਾਥ, ਮਹਾਰਾਜ ਕੋਲ ਫੌਜਾਂ ਵਹਿ ਗਈਆਂ। ਬਾਬਾ ਬਿਧੀ ਚੰਦ ਜੀ, ਪੈਂਦੇ ਖਾਨ, ਭਾਈ ਜੇਠਾ, ਹੋਰ ਜਿਹੜੇ ਸੂਰਬੀਰ ਯੋਧੇ ਹਨ, ਉਹਨਾਂ ਸਾਰਿਆਂ ਨੂੰ ਗੁਰੂ ਕੀ ਸੰਗਤ ਨੂੰ ਮਹਾਰਾਜ 6ਵੇਂ ਪਾਤਸ਼ਾਹ ਤਰਨਤਾਰਨ ਸਾਹਿਬ ਦਾ ਮਹਾਤਮ ਦੱਸਣ ਲੱਗੇ ਹਨ। ਸਾਧ ਸੰਗਤ ਜੀ, ਅੱਜ ਕੱਲ੍ਹ ਸਾਡੇ ਵਿੱਚ ਇਹੋ ਜਿਹਾ ਕੂੜ ਪ੍ਰਚਾਰ ਹੈ, ਸਰੋਵਰਾਂ ਦੀ ਨਿੰਦਾ ਕਰਨ ਲੱਗ ਪੈਂਦੇ, ਪਰ ਸਰੋਵਰਾਂ ਦਾ ਤਾਂ ਬੜਾ ਵੱਡਾ ਮਹਾਤਮ ਹੈ। ਇਹ ਤਾਂ ਗੁਰੂ ਸਾਹਿਬ ਨੇ ਆਪ ਲਾਏ। ਮਹਾਰਾਜ 5ਵੇਂ ਪਾਤਸ਼ਾਹ ਜੀ ਨੇ ਬਾਣੀ 'ਚ ਲਿਖਿਆ, ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਆ, ਨਾਨਕ ਕਸਮਲ ਜਾਏ ਨਹਾਏ ਰਾਮਦਾਸ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਗੁਰੂਆਂ ਦੀ ਪ੍ਰਤੱਖ ਕਲਾ ਇਹਨਾਂ ਸਰੋਵਰਾਂ 'ਚ ਵਰਤਦੀ, ਹੁਣ ਵੀ ਵਰਤਦੀ ਹੈ ਤੇ ਅੱਗੇ ਵੀ ਵਰਤਦੀ ਰਹਿਣੀ ਹੈ। ਸੋ ਸਾਧ ਸੰਗਤ ਜੀ, ਇਸ ਸਰੋਵਰ ਤਰਨਤਾਰਨ ਸਾਹਿਬ ਦਾ ਮਹਾਤਮ 6ਵੇਂ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਦੱਸਦੇ ਹਨ। ਸੁਨੋ ਜੋ ਮੱਝ ਹੈ ਫਲ ਕੀ ਗਾਥ, ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਨੂੰ ਕੀ ਫਲ ਮਿਲੇਗਾ? ਕਿਉਂਕਿ ਕੋਈ ਵੀ ਕੰਮ ਜੇ ਫਲ ਨਾ ਦੇਵੇ ਨਹੀਂ ਕਰਦੇ ਸਿਆਣੇ ਬੰਦੇ। ਕੋਈ ਵੀ ਕੰਮ ਜੇ 'ਚੋਂ ਮਿਲਣਾ ਹੀ ਕੁਛ ਨਹੀਂ, ਉਹ ਕਰਨ ਦਾ ਕੀ ਫਾਇਦਾ? ਜੇ ਸਾਧ ਸੰਗਤ ਜੀ ਸਰੋਵਰਾਂ 'ਚ ਇਸ਼ਨਾਨ ਨਹੀਂ ਕਰਨਾ, ਫਿਰ ਸਰੋਵਰ ਬਣਾਉਣ ਦਾ ਕੀ ਫਾਇਦਾ ਹੈ? ਸਰੋਵਰ ਬਣਾਏ ਨੇ ਇਸ਼ਨਾਨ ਕਰਨ ਲਈ, ਤੇ ਉਹਦਾ ਫਲ ਵੀ ਦੱਸਿਆ ਕਿਉਂ ਕਰਨਾ। ਅੱਜ ਕੱਲ੍ਹ ਕਿੰਤੂ ਪਰੰਤੂ ਵਾਲੇ ਦੇ ਕਹਿਣਗੇ ਜੀ ਅਸੀਂ ਤਾਂ ਘਰ ਟੂਟੀਆਂ ਲਵਾਈਆਂ ਨੇ, ਗੀਜ਼ਰ ਲਵਾਏ ਨੇ, ਉੱਥੇ ਨਹਾ ਕੇ ਆ ਜਾਵਾਂਗੇ। ਪਰ ਸਰੋਵਰ ਦੇ ਇਸ਼ਨਾਨ ਦਾ ਆਪਣਾ ਮਹਾਤਮ ਹੈ। ਜਿਹੜੇ ਕਿੰਤੂ ਪਰੰਤੂ ਕਰਦੇ ਹੈ, ਉਹਨਾਂ ਦਾ ਮਤਲਬ ਇਹੀ ਹੈ ਵੀ ਸਰੋਵਰ ਬੰਦ ਹੋ ਜਾਣ। ਅਹਿਮਦ ਸ਼ਾਹ ਅਬਦਾਲੀ ਬੰਦ ਕਰਦਾ ਮਰ ਗਿਆ, ਉਹਦੇ ਕੋਲੋਂ ਤਾਂ ਹੋਏ ਨਹੀਂ। ਇਹ ਹੁਣ ਕਿਵੇਂ ਬੰਦ ਕਰਾ ਲੈਣਗੇ? ਪਤਾ ਨਹੀਂ ਕਿਹੋ ਜਿਹੇ ਸੁਪਨੇ ਲੈਂਦੇ ਸਾਡੇ ਵੀਰ। ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
ਦੱਸ ਰਹੇ ਇਹਨਾਂ ਪਾਵਨ ਸਰੋਵਰਾਂ ਦੀ ਮਹਿਮਾ। ਖਾਸ ਕਰਕੇ ਸ੍ਰੀ ਤਰਨਤਾਰਨ ਸਾਹਿਬ ਦੇ ਕਿਨਾਰੇ ਤੇ ਬੈਠੇ ਨੇ ਤੇ ਤਰਨਤਾਰਨ ਸਾਹਿਬ ਦੀ ਮਹਿਮਾ ਦੱਸਣ ਲੱਗੇ ਹਨ। ਰੋਗ ਵੱਡੇ ਆਦਿਕ ਕੋ ਖੋਵੈ। ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਨੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬਣਾਇਆ ਸੀ, ਨਾਲੇ ਬਚਨ ਕੀਤਾ ਸੀ ਵੀ ਜਿਹੜੀ ਵੀ ਕਿਸੇ ਨੂੰ ਕੋਈ ਬਿਮਾਰੀ ਰੋਗ ਹੋਵੇਗਾ, ਤਰਨਤਾਰਨ ਸਾਹਿਬ ਸ਼ਰਧਾ ਨਾਲ ਇਸ਼ਨਾਨ ਕਰੇ, ਉਹਦੇ ਰੋਗ ਕੱਟੇ ਜਾਂਦੇ। ਗੱਲ ਤੇ ਸ਼ਰਧਾ ਵਿਸ਼ਵਾਸ ਨੇ ਗੱਲ ਬਣਾਉਣੀ ਹੈ ਨਾ। ਵਿਸ਼ਵਾਸ ਹੋਵੇ ਤੇ ਸਾਧ ਸੰਗਤ ਜੀ ਸਾਡੇ ਕਈ ਬਜ਼ੁਰਗ ਉੱਥੇ 12 ਮੱਸਿਆ ਇਸ਼ਨਾਨ ਕਰਕੇ ਆਏ, ਰੋਗ ਕੱਟੇ ਗਏ। ਹੋਰ ਵੀ ਕਈ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਤੋਂ ਸੁਣੀਦਾ ਹੈ ਵੀ ਜਿਹੜੇ 12 ਇਸ਼ਨਾਨ ਉੱਥੇ ਬੱਸਿਆ ਦੇ ਕਰਦੇ ਨੇ, ਬਿਮਾਰੀਆਂ ਰੋਗ ਕੱਟੇ ਜਾਂਦੇ। ਧੰਨ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਹਾਂਜੀ, ਪਾਪਨ ਮਲ ਬਹੁ ਜਨ ਮਨ ਧੋਵੈ। ਤੇ ਸ਼ਰਧਾ ਨਾਲ ਇਸ਼ਨਾਨ ਕਰੇ ਸ੍ਰੀ ਤਰਨਤਾਰਨ ਸਾਹਿਬ, ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਸਭ ਉਤਰੇ ਪਾਪ ਕਮਾਤੇ। ਹਾਂਜੀ, ਤ੍ਰਿਆ ਅਪੁੱਤਰਾ ਮੱਝ ਹੈ ਦਰਸ। ਜਿਹੜੀ ਬੀਬੀ ਦੇ ਬੱਚਾ ਨਾ ਹੁੰਦਾ ਹੋਵੇ, ਪੁੱਤਰ ਨਾ ਹੁੰਦਾ ਹੋਵੇ, ਉਹ ਆ ਕੇ ਮੱਸਿਆ ਦੇ ਇਸ਼ਨਾਨ ਕਰੇ। ਪਾਏ ਪੁੱਤਰ ਕੋ ਧਰ ਹੈ ਹਰਸ਼। ਉਹ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਧਿਆਨ ਕਰਕੇ, ਪੰਜਵੇਂ ਪਾਤਸ਼ਾਹ ਨੂੰ ਯਾਦ ਕਰਕੇ, ਉਹਨਾਂ ਦੇ ਬਚਨਾਂ ਨੂੰ ਯਾਦ ਕਰਕੇ ਇਸ਼ਨਾਨ ਕਰੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਨੂੰ ਸਾਲ ਵਿੱਚ ਹੀ ਪੁੱਤਰ ਦੀ ਦਾਤ ਮਿਲ ਜਾਂਦੀ ਹੈ। ਅਪਰ ਕਾਮਨਾ ਧਾਰ ਨਹਾਵੈ। ਹੋਰ ਕੋਈ ਇੱਛਾ ਹੋਵੇ, ਕੋਈ ਕਾਮਨਾ ਹੋਵੇ ਵੀ ਕੋਈ ਕੰਮ ਹੁੰਦਾ ਨਾ ਹੋਵੇ, ਕਿਸੇ ਦਾ ਕੋਈ ਮੁਕੱਦਮਾ ਅੜਿਆ ਹੋਵੇ, ਕਿਸੇ ਦਾ ਕੋਈ ਪਰਿਵਾਰ 'ਚ ਕਲੇਸ਼ ਰਹਿੰਦਾ ਹੋਵੇ, ਦੁੱਖ ਹੋਵੇ, ਕੋਈ ਬਿਮਾਰੀ ਹੋਵੇ, ਪਤੀ ਪਤਨੀ ਦੀ ਆਪਸ 'ਚ ਬਣਦੀ ਨਾ ਹੋਵੇ, ਕਿਉਂਕਿ ਕਈ ਤਰ੍ਹਾਂ ਦੇ ਨਰਕ ਨੇ ਸਾਧ ਸੰਗਤ ਜੀ ਘਰਾਂ ਵਿੱਚ। ਕਈ ਤਾਂ ਕਹਿੰਦੇ ਨੇ ਵੀ ਅੱਗੇ ਜਾ ਕੇ ਨਰਕ, ਉਹ ਤਾਂ ਅੱਗੇ ਵਾਲੇ ਨਰਕ ਤਾਂ ਦੇਖੇ ਜਾਣਗੇ ਜਦੋਂ ਆਉਣਗੇ। ਜਿਹੜੇ ਹੁਣ ਨਰਕ ਨੇ ਇਹ ਕਿਹੜੇ ਘੱਟ ਨੇ। ਪਤੀ ਪਤਨੀ ਦਾ ਜਿੱਥੇ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਇਹ ਵੀ ਸਾਡੇ ਘਰਾਂ ਵਿੱਚ ਹੋਰ ਪਿਓ ਪੁੱਤਰ ਦਾ, ਭੈਣ ਭਰਾ ਦਾ ਕਈ ਤਰ੍ਹਾਂ ਦੇ ਝਗੜੇ ਕਲੇਸ਼ ਨੇ, ਪੈਸੇ ਦੇ ਨੇ, ਗਰੀਬੀ ਹੈ, ਬਿਮਾਰੀ ਹੈ, ਅਵਿਦਿਆ ਹੈ, ਬੜੇ ਕਲੇਸ਼ ਨੇ। ਉਹ ਸਾਰੇ ਹੀ ਗੁਰੂ ਅਰਜਨ ਦੇਵ ਜੀ ਦੇ ਸਰੋਵਰ ਤਰਨਤਾਰਨ ਸਾਹਿਬ ਇਸ਼ਨਾਨ ਕਰੋ ਤੇ ਕੱਟੇ ਜਾਣਗੇ। ਹਾਂਜੀ, ਸ਼ਰਧਾ ਧਰਿਆ ਸਫਲ ਹੀ ਪਾਵੈ। ਜਿਹੜਾ ਸ਼ਰਧਾ ਨਾਲ ਤਰਨਤਾਰਨ ਸਾਹਿਬ ਇਸ਼ਨਾਨ ਕਰੇਗਾ, ਉਹਨੂੰ ਸਾਰੇ ਫਲ ਮਿਲ ਜਾਣਗੇ। ਹੋਏ ਇਸ ਕੋ ਪ੍ਰਤਾਪ ਬਡੇਰਾ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ, ਸਿੱਖੋ ਆਉਣ ਵਾਲੇ ਸਮੇਂ ਤਰਨਤਾਰਨ ਸਾਹਿਬ ਦਾ ਬੜਾ ਪ੍ਰਤਾਪ ਹੋਵੇਗਾ। ਇਹ ਪੱਕਾ ਹੋ ਜਾਏਗਾ ਸਰੋਵਰ। ਉਦੋਂ ਕੱਚਾ ਸੀ, ਜਦੋਂ ਮਹਾਰਾਜ ਨੇ ਬਣਾਇਆ ਸੀ, ਪੰਜਵੇਂ ਪਾਤਸ਼ਾਹ ਨੇ ਇੱਟਾਂ ਤਿਆਰ ਕਰ ਲਈਆਂ ਸੀ ਤੇ ਪੱਕਾ ਕਰਵਾਉਣ ਲੱਗੇ ਸੱਚੇ ਪਾਤਸ਼ਾਹ। ਇੱਕ ਪਾਸਾ ਪੱਕਾ ਹੋਇਆ ਸੀ ਪੂਰਬ ਵਾਲੇ ਪਾਸੇ, ਜਿੱਧਰ ਦਰਬਾਰ ਬਣਿਆ ਨਾ। ਇਹ ਦਰਬਾਰ ਵੀ ਬਾਅਦ 'ਚ ਬਣਿਆ, ਉਦੋਂ ਦਰਬਾਰ ਨਹੀਂ ਸੀ। ਮਹਾਰਾਜ ਦੇ ਸਮੇਂ ਦਰਬਾਰ ਨਹੀਂ ਬਣਿਆ, ਬਾਅਦ 'ਚ ਬਣਿਆ। ਦਰਬਾਰ ਸਾਹਿਬ ਤਰਨਤਾਰਨ ਦੀ ਗੁਰਦੁਆਰਾ ਬਾਅਦ 'ਚ ਬਣਿਆ, ਸਰੋਵਰ ਹੀ ਬਣਿਆ ਸੀ। ਉਹ ਵੀ ਪੱਟਿਆ ਸੀ, ਜਲ ਭਰ ਦਿੱਤਾ ਸੀ। ਇੱਕ ਪਾਸੇ ਕੱਚਾ ਪੱਕਾ ਸੀ, 3 ਪਾਸੇ ਕੱਚੇ ਸਨ। ਇੱਟਾਂ ਚੁੱਕ ਕੇ ਲੈ ਗਿਆ ਕਾਜੀ ਨੂਰਦੀਨ ਦਾ ਪੁੱਤਰ। ਜਿਹੜੀ ਨੂਰਦੀਨ ਦੀ ਸਰਾਂ ਹੈ ਨਾ, ਲਾਗੇ ਤਰਨਤਾਰਨ ਤੋਂ ਝਬਾਲ ਰੋਡ 'ਤੇ, ਜਿੱਥੇ ਭਾਈ ਸੰਤੋਖ ਸਿੰਘ ਦਾ ਜਨਮ ਹੋਇਆ, ਉਸ ਪਿੰਡ ਦਾ ਨਾਂ ਨੂਰਦੀਨ ਦੀ ਸਰਾਂ। ਕੋਈ ਮੁਸਲਮਾਨ ਸੀਗਾ ਅਫਸਰ, ਉਹਦਾ ਨਾਂ ਸੀ ਨੂਰਦੀਨ। ਉਹਦੇ ਪੁੱਤਰ ਨੇ ਆਪਣੇ ਪਿਓ ਦੀ ਯਾਦ 'ਚ ਉੱਥੇ ਉਹ ਬਣਾਈ ਸਰਾਂ, ਨੂਰਦੀਨ ਦੀ ਸਰਾਂ। ਉਹ ਨੂਰਦੀਨ ਦਾ ਪੁੱਤਰ ਜਿਹੜਾ ਆਪਣੀ ਸਰਾਂ ਬਣਾ ਰਿਹਾ ਸੀ, ਉਹਨੂੰ ਇੱਟਾਂ ਦੀ ਲੋੜ ਸੀ। ਸਿੱਖਾਂ ਨੂੰ ਕਹਿਣ ਲੱਗਾ ਇੱਟਾਂ ਵੇਚ ਦਿਓ। ਸਿੱਖਾਂ ਨੇ ਆਖਿਆ ਇਹ ਤੇ ਗੁਰੂ ਮਹਾਰਾਜ ਨੇ ਸਰੋਵਰ ਵਾਸਤੇ ਬਣਵਾਈਆਂ ਨੇ, ਸ਼ਰਧਾ ਨਾਲ ਸਿੱਖ ਸੇਵਾ ਕਰ, ਇਹ ਵੇਚਣ ਵਾਲਾ ਸਮਾਨ ਨਹੀਂ ਹੈ। ਉਹ ਕਹਿੰਦਾ ਵੇਚ ਦਿਓ ਤੇ ਠੀਕ ਹੈ, ਨਹੀਂ ਮੈਂ ਜ਼ਬਰਦਸਤੀ ਲੈ ਜਾਵਾਂਗਾ। ਸਿੱਖਾਂ ਨੇ ਆਖਿਆ ਅਸੀਂ ਵੇਚਣੀਆਂ ਤੇ ਨਹੀਂ, ਤੇ ਗੁਰੂ ਦਾ ਸਰੋਵਰ ਬਣ ਰਿਹਾ, ਸਭ ਦੇ ਭਲੇ 'ਚ ਸਾਰੇ ਇਸ਼ਨਾਨ ਕਰਨਗੇ, ਹਿੰਦੂ ਵੀ ਮੁਸਲਮਾਨ ਵੀ, ਕਿਉਂਕਿ GT ਰੋਡ ਦੇ ਉੱਤੇ ਉਦੋਂ ਇਹ ਬਣੇਗਾ ਸਰੋਵਰ। ਕੋਈ ਆਵੇ, ਹਿੰਦੂ ਮੁਸਲਮਾਨ ਸਭ ਇੱਥੇ ਨਹਾਉਣ ਧੋਣਗੇ, ਜਲ ਪਾਣੀ ਛਕਣਗੇ, ਬਾਣੀ ਪੜ੍ਹਨਗੇ, ਸਭ ਦਾ ਭਲਾ ਹੋਏਗਾ। ਉਹ ਕਹਿੰਦਾ ਇਹ ਨਹੀਂ ਮੈਂ ਜਾਣਦਾ, ਮੈਨੂੰ ਤਾਂ ਇੱਟਾਂ ਚਾਹੀਦੀਆਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ।
ਸਾਰੀਆਂ ਇੱਟਾਂ ਤਰਨ ਤਾਰਨ ਸਾਹਿਬ ਦੀਆਂ ਜ਼ਬਰਦਸਤੀ ਚੁੱਕ ਕੇ ਲੈ ਗਿਆ, ਆਪਣੇ ਪਿਓ ਦੇ ਨਾਂ 'ਤੇ ਸਰਾਂ ਬਣਾ ਦਿੱਤੀ। ਕਾਜੀ ਨੂਰਦੀਨ ਦੀ ਸਰਾਂ ਬਣ ਗਈ। ਜਦੋਂ ਨੂਰਦੀਨ ਦੀ ਸਰਾਂ ਬਣਾਈ ਉਹਨੇ, ਤੇ ਇੱਧਰ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਪੰਜਵੇਂ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਜੀ, ਨੂਰਦੀਨ ਦਾ ਪੁੱਤਰ ਸਾਰੀਆਂ ਇੱਟਾਂ ਜ਼ਬਰਦਸਤੀ ਚੁੱਕ ਕੇ ਲੈ ਗਿਆ ਆਪਣੇ ਪਿਓ ਦੀ ਸਰਾਂ ਬਣਾਉਣ ਲਈ, ਤੇ ਮਹਾਰਾਜ ਸਰੋਵਰ ਕਿਵੇਂ ਬਣੇਗਾ? ਮਹਾਰਾਜ ਕਹਿੰਦੇ ਸਾਡਾ ਖਾਲਸਾ ਆਵੇਗਾ, ਸਿੰਘ ਸੂਰਮੇ ਹੋਣਗੇ ਯੋਧੇ, ਕਾਜੀ ਦੀ ਸਰਾਂ ਢਾਹ ਦੇਣਗੇ, ਇੱਟਾਂ ਸਾਰੀਆਂ ਲਿਆ ਕੇ ਸਰੋਵਰ ਤੇ ਲਾਣਗੇ। ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਜੈ ਸਿੰਘ ਕਨਈਆ, ਹਰੀ ਸਿੰਘ ਭੰਗੀ, ਇਹ ਸੂਰਮੇ ਜਦੋਂ ਗੱਜੇ ਸਰਾਂ ਉਡਾ ਕੇ ਰੱਖ ਦਿੱਤੀ। ਸਰਾਂ ਢਾਹ ਕੇ ਸਾਰੀਆਂ ਇੱਟਾਂ ਮਹਾਰਾਜ ਸ੍ਰੀ ਗੁਰੂ ਰਾਮ ਅਰਜਨ ਦੇਵ ਜੀ ਦੇ ਸਰੋਵਰ ਨੂੰ ਲਾਈਆਂ, ਪੱਕਿਆਂ ਕੀਤਾ। ਬਾਅਦ ਵਿੱਚ ਮਹਾਰਾਜਾ ਸਾਹਿਬ ਸ਼ੇਰੇ ਪੰਜਾਬ ਜੀ ਨੇ, ਰਣਜੀਤ ਸਿੰਘ ਜੀ ਨੇ ਦਰਬਾਰ ਬੜਾ ਸੁੰਦਰ ਬਣਵਾ ਕੇ ਸੋਨੇ ਦੇ ਉੱਤੇ ਕਲਸ਼ ਚੜ੍ਹਾ ਦਿੱਤੇ। ਮਹਾਰਾਜ ਕਹਿੰਦੇ ਖਾਲਸਾ ਜੀ ਬੜਾ ਵਧੀਆ ਸਰੋਵਰ ਬਣੇਗਾ ਤੇ ਬੜਾ ਵਧੀਆ ਹਰਿਮੰਦਰ ਬਣੇਗਾ, ਇੱਥੇ ਲੱਖਾਂ ਸੰਗਤਾਂ ਮੇਲੇ 'ਤੇ ਆਇਆ ਕਰਨਗੀਆਂ ਹਰ ਮੱਸਿਆ 'ਤੇ। ਮੱਸਿਆ ਹਰ ਮਹੀਨੇ ਹੁੰਦੀ ਹੈ। ਤਰਨ ਤਾਰਨ ਦੀ ਮੱਸਿਆ ਦੁਨੀਆ 'ਚ ਪ੍ਰਸਿੱਧ ਹੈ। ਅਜੇ ਵੀ ਸਾਧ ਸੰਗਤ ਜੀ ਲੋਕ ਬੰਬੇ ਤੋਂ, ਦਿੱਲੀ ਤੋਂ ਤੇ ਬਾਹਰਲੇ ਮੁਲਕਾਂ ਤੋਂ ਵੀ ਕਈ ਪ੍ਰੇਮੀ ਜਾ ਆਉਂਦੇ, ਜਿਨ੍ਹਾਂ ਕੋਲ ਮਹਾਰਾਜ ਦੀ ਬਖਸ਼ਿਸ਼ ਹੈ ਨਾ, ਮਾਇਆ ਦਿੱਤੀ ਗੁਰੂ ਨੇ, ਟਿਕਟ ਲੈਂਦੇ ਚਲੋ ਤਰਨ ਤਾਰਨ ਸਾਹਿਬ। ਇੰਨੀ ਸ਼ਰਧਾ ਹੈ। ਮਹਾਰਾਜ ਕਹਿੰਦੇ ਇੱਥੇ ਬੜਾ ਜੋੜ ਮੇਲਾ ਲੱਗਿਆ ਕਰੇਗਾ। ਬੈਠੇ ਤਹਿ ਭਾ ਕੇ ਤਿਕ ਕਾਲ। ਗੁਰੂ ਹਰਗੋਬਿੰਦ ਸਾਹਿਬ ਬੈਠੇ ਰਹੇ, ਕੁਝ ਸਮਾਂ ਦੀਵਾਨ ਲਾਇਆ, ਸਿੱਖਾਂ ਨੂੰ ਦਰਬਾਰ ਸਾਹਿਬ ਦੀ, ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਮਹਿਮਾ ਦੱਸੀ। ਭੋਜਨ ਤਿਆਰ ਸ਼ੀਘਰ ਕੇ ਨਾਲ। ਛੇਤੀ ਨਾਲ ਹੀ ਲਾਂਗਰੀਆਂ ਨੇ ਲੰਗਰ ਵੀ ਤਿਆਰ ਕਰ ਲਿਆ। ਆਪ ਅਚਿਓ ਅਰ ਸਭ ਕੋ ਦਇਓ। ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪ ਵੀ ਲੰਗਰ ਛਕਿਆ ਤੇ ਫੌਜ ਨੂੰ ਵੀ ਛਕਾਇਆ। ਵਿਸਰਾਮੇ ਸ਼ਰਮ ਤਨ ਤੇ ਗਇਓ। ਤੇ ਰਾਤ ਨੂੰ ਆਰਾਮ ਕੀਤਾ ਇੱਥੇ। ਸਾਰੀ ਥਕਾਵਟ ਜਿਹੜੀ ਜੰਗ ਦੀ, 3 ਦਿਨ ਹੋ ਗਏ ਸੀ ਮਹਾਰਾਜ ਨੂੰ, 4 ਦਿਨ ਸੌਂ ਕੇ ਨਹੀਂ ਸੀ ਵੇਖਿਆ, ਕਿਉਂਕਿ ਰਾਤ ਨੂੰ ਹੀ ਲੜਾਈ ਸ਼ੁਰੂ ਹੋ ਗਈ ਸੀ ਤੇ ਉਹ ਰਾਤ ਵੀ ਲੰਘ ਗਈ, ਜੰਗ ਦਿਨ ਵੀ ਲੰਘ ਗਿਆ। ਅਗਲੇ ਦਿਨ ਬੇਟੀ ਦਾ ਵਿਆਹ ਕੀਤਾ, ਫਿਰ ਹੁਣ ਤੀਜੀ ਚੌਥੀ ਰਾਤ ਹੋ ਗਈ। ਇਸ ਕਰਕੇ ਮਹਾਰਾਜ ਬੇਰਾਮੇ ਸਨ, ਫੌਜਾਂ ਵੀ ਬੇਰਾਮੀਆਂ ਸਨ, ਪਰਿਵਾਰ ਵੀ ਸਾਰਾ, ਸਾਰਿਆਂ ਨੇ ਆਰਾਮ ਨਾਲ ਸੁੱਖ ਨਾਲ ਤਰਨ ਤਾਰਨ ਸਾਹਿਬ ਰਾਤ ਕੱਟੀ ਹੈ। ਢਰੇ ਦੁਪਹਿਰੇ ਸਮਾਂ ਲਖਾਈ। ਹੁਣ ਅਗਲਾ ਦਿਨ ਹੋ ਗਿਆ ਸਾਧ ਸੰਗਤ ਜੀ, ਤੇ ਦੁਪਹਿਰਾ ਢਲ ਗਿਆ ਅਗਲੇ ਦਿਨ ਦਾ। ਕਹਿ ਸਤਿਗੁਰ ਤਿਆਰੀ ਕਰਵਾਈ। ਮਹਾਰਾਜ ਨੇ ਫਿਰ ਤਿਆਰੀ ਕਰਵਾ ਲਈ, ਇੱਥੋਂ ਅੱਗੇ ਚੱਲਣ ਦਾ ਹੁਕਮ ਦਿੱਤਾ। ਅਬ ਨਹਿ ਕਾਮ ਹੋਏ ਹੈ ਕਨੋ। ਤੇ ਸਵੇਰੇ ਕਿਉਂ ਨਹੀਂ ਚੱਲੇ? ਸਵੇਰੇ ਇਸ ਕਰਕੇ ਨਹੀਂ ਚੱਲੇ ਵੀ ਗਰਮੀ ਦੀ ਮੌਸਮ ਹੈ, ਘੋੜੇ ਥੱਕ ਜਾਣਗੇ। ਮਹਾਰਾਜ ਕਹਿੰਦੇ ਢਲੇ ਦੁਪਹਿਰੇ ਚੱਲਾਂਗੇ। ਗੋਇੰਦਵਾਲ ਸਾਹਿਬ ਜਾਣਾ ਸੀ, ਕਹਿੰਦੇ 2 ਘੰਟਿਆਂ ਦਾ ਸਫ਼ਰ ਹੈ ਘੋੜਿਆਂ ਤੇ ਅਸੀਂ ਹੁਣੇ ਗਏ ਬਸ। ਇਸ ਕਰਕੇ ਮਹਾਰਾਜ ਜੀ ਨੇ ਸ਼ਾਮ ਨੂੰ ਤਿਆਰੀ ਕਰਾਈ ਵੀ ਗਰਮੀ ਘਟ ਜਾਵੇ। ਮਗ ਮਹਿ ਚਲੋ ਆਨੰਦ ਕੇ ਸਨੋ। ਬੜੇ ਆਨੰਦ ਦੇ ਨਾਲ ਗੁਰੂ ਸਾਹਿਬ ਕਹਿੰਦੇ ਚਲੋ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਚੱਲੀਏ, ਆਪਣੇ ਪਿਤਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਘਰ ਚੱਲੀਏ। ਹਾਂਜੀ, ਵਜਵਾਇਸ ਤਬ ਕੂਚ ਨਗਾਰਾ। ਕੂਚ ਦਾ ਨਗਾਰਾ, ਚਾਲੇ ਦਾ ਨਗਾਰਾ ਵਜਾਇਆ ਹੈ। ਗੋਇੰਦਵਾਲ ਚਲਨ ਨਿਰਧਾਰ। ਮਹਾਰਾਜ ਨੇ ਨਗਾਰੇ ਚੋਭਾਂ ਲਾ ਕੇ ਫੌਜਾਂ ਨੂੰ ਗੋਇੰਦਵਾਲ ਸਾਹਿਬ ਜਾਣ ਦਾ ਹੁਕਮ ਸੁਣਾ ਦਿੱਤਾ। ਗੁਰ ਅਰਜਨ ਕੇ ਥਲ ਕਰ ਨਮੋ। ਮਹਾਰਾਜ ਗੁਰੂ ਅਰਜਨ ਦੇਵ ਦਾ ਜਿਹੜਾ ਦਰਬਾਰ ਹੈ, ਵੱਡਾ ਤਰਨ ਤਾਰਨ ਸਾਹਿਬ, ਇੱਕ 6ਵੇਂ ਪਾਤਸ਼ਾਹ ਦਾ ਹੈ, ਇੱਕ ਵੱਡਾ ਜਿਹੜਾ ਦਰਬਾਰ ਹੈ ਨਾ, ਇਹ 5ਵੇਂ ਪਾਤਸ਼ਾਹ ਦਾ। ਪਹਿਲਾਂ ਇੱਥੇ ਸਿਰਫ ਮਹਾਰਾਜ ਦਾ ਥੜਾ ਹੀ ਹੁੰਦਾ ਸੀਗਾ। ਉਸ ਥੜੇ ਨੂੰ ਨਮਸਕਾਰ ਕੀਤੀ ਹੈ ਤੇ ਉੱਥੋਂ ਚਾਲੇ ਪਾ ਤੇ ਅਰਦਾਸਾ ਸੋਧ ਕੇ ਚੜੇ ਤਰੰਗ ਗੁਰੂ ਤਿਹ ਸਮੋ। ਮਹਾਰਾਜ ਘੋੜੇ ਤੇ ਸਵਾਰ ਹੋਏ 6ਵੇਂ ਪਾਤਸ਼ਾਹ ਜੀ। ਆਗੇ ਕਰ ਡੋਰੇ ਅਰਸ ਅੰਦਨ। ਆਪਣੇ ਮਹਿਲਾਂ ਨੂੰ ਡੋਲਿਆਂ 'ਚ ਬਿਠਾਇਆ, ਆਪਣੇ ਪਰਿਵਾਰਾਂ ਨੂੰ ਰੱਥਾਂ ਤੇ ਬਿਠਾਇਆ, ਸਾਰਿਆਂ ਨੂੰ ਰੱਥ ਅੱਗੇ ਤੋਰ ਦਿੱਤੇ ਨੇ। ਪਹਿਲਾਂ ਗਮਨੇ ਮਾਰਗ ਸ਼ਤਰ ਨਿਕੰਦਨ। ਸ਼ਤਰੂਆਂ ਦਾ ਨਾਸ ਕਰਨ ਵਾਲੇ ਸ਼ਤਰੂ ਨਿਕੰਦਨ ਮਹਾਰਾਜ 6ਵੇਂ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਨੇ। ਦੋਹਰਾ ਇਤ ਸ਼੍ਰੀ ਹਰਗੋਬਿੰਦ ਜੀ। ਇਧਰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਝਬਾਲ ਤੋਂ ਤਰਨ ਤਾਰਨ ਆਏ ਨੇ ਤੇ ਤਰਨ ਤਾਰਨ ਰਾਤ ਰਹਿ ਕੇ
ਅਗਲੇ ਦੁਪਹਿਰ ਤੋਂ ਬਾਅਦ ਮਹਾਰਾਜ ਜੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਨੇ। ਗਮਨੇ ਗੋਇੰਦਵਾਲ ਗੋਇੰਦਵਾਲ ਸਾਹਿਬ ਚਲੇ ਗਏ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ। ਉਤਲਬ ਪਰ ਕੀ ਕਛ ਕਥਾ। ਹੁਣ ਲਾਹੌਰ ਦੀ ਕਥਾ ਵੀ ਸੁਣ ਲਓ ਜਰਾ, ਉਧਰ ਕੀ ਹੋਇਆ। ਉਹ ਜਿਹੜੇ 7000 ਤੁਰਕ ਮਾਰੇ ਨੇ ਉਹਨਾਂ ਦੀ ਖਬਰਾਂ ਵੀ ਤਾਂ ਪਹੁੰਚਣੀਆਂ, ਉਹ ਕਥਾ ਸੁਣਨ ਵਾਲੀ ਹੈ। ਹਾਂਜੀ, ਸੁਣੀਐ ਜਸ ਭਾ ਹਾਲ। ਜੋ ਤੁਰਕਾਂ ਦਾ ਹਾਲ ਹੋਇਆ ਨਾ ਖਾਲਸਾ ਜੀ, ਉਹ ਸੁਣੋ। ਹਾਂਜੀ, ਚੌਪਈ ਜੇਤਕ ਬਚੇ ਪਘੈਲ ਪਲਾਏ। ਜਿਹੜੇ 2 4 10 20 50 ਬੱਚੇ ਭੱਜ ਕੇ ਹੀ ਬਚੇ ਹੋ। ਜਿਹੜੇ ਉੱਥੇ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜੇ ਭੱਜ ਗਏ ਜੁੱਤੀਆਂ ਵੀ ਛੱਡ ਕੇ ਦੌੜ ਗਏ। ਹਾਂਜੀ, ਕਿਸੂ ਗ੍ਰਾਮ ਬਸ ਭੋਰ ਸਿਧਾਏ। ਰਾਤ ਕਿਸੇ ਪਿੰਡ ਵਿੱਚ ਰਹੇ ਤੇ ਸਵੇਰੇ ਬੜੇ ਬੁਰੇ ਹਾਲੀ ਲਾਹੌਰ ਪਹੁੰਚੇ। ਸ਼ਾਹ ਜਹਾਂ ਕੇ ਪਹੁੰਚੇ ਪਾਸ। ਬਾਦਸ਼ਾਹ ਸ਼ਾਹਜਹਾਨ ਦੀ ਕਚਹਿਰੀ 'ਚ ਗਏ, ਬੁਰੇ ਹਾਲ ਬਾਂਕੇ ਦਿਹਾੜੇ, ਮੂੰਹ ਉਤਰੇ ਹੋਏ ਸਾਰਿਆਂ ਦੇ, ਸ਼ਸਤਰ ਹੈ ਨਹੀਂ ਗਾਤਰੇ, ਕਈਆਂ ਦੀ ਜੁੱਤੀਆਂ ਵੀ ਪੈਰਾਂ 'ਚ ਕੋਈ ਨਹੀਂ, ਛਾਲੇ ਪਏ ਹੋਏ, ਦੌੜ ਦੌੜ ਕੇ ਆਏ। ਹਾਂਜੀ, ਵਿਖਿਓ ਜੁੱਧ ਜਿਨ ਕੇ ਬੜ ਤਰਾਸ। ਕਹਿੰਦੇ ਜੰਗ ਦੇ ਵਿੱਚ ਬੜਾ ਡਰ ਜਿਨ੍ਹਾਂ ਨੂੰ ਲੱਗਾ, ਬੜੇ ਬੰਦੇ ਮਰੇ, ਉਹਨਾਂ ਦੇ ਸਾਥੀ ਮਾਰੇ ਗਏ, ਮੁਗਲਸ ਖਾਂ ਮਾਰਿਆ ਗਿਆ, ਬੜੇ ਬੜੇ ਯੋਧੇ ਵੱਡੇ ਹੋਰ ਮਾਰੇ ਗਏ। ਉਹਨਾਂ ਯੋਧਿਆਂ ਤੋਂ ਬਿਨਾਂ ਸਿਪਾਹੀ ਜੇ ਸਨ, ਛੋਟੇ ਰੈਂਕ ਵਾਲੇ ਕਹਿ ਲਓ, ਉਹ ਜਿਹੜੇ ਬੰਦੇ ਪਹੁੰਚੇ ਹਨ ਵਾਪਸ। ਰਣ ਕੀ ਸਗਰੀ ਸੁਧ ਪਹੁੰਚਾਈ। ਬਾਦਸ਼ਾਹ ਦੇ ਕੋਲ ਜੰਗ ਦੀ ਖਬਰ ਪਹੁੰਚਾਈ ਹੈ। ਜੇ ਸਰਦਾਰ ਪਠੇ ਸਮੁਦਾਈ। ਜਾ ਕੇ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਜਿਹੜੇ ਤੁਸੀਂ ਜਰਨੈਲ ਭੇਜੇ ਸੀ, ਜਿਹੜੇ ਵੱਡੇ ਵੱਡੇ ਸਰਦਾਰ ਭੇਜੇ ਸੀ, ਮੁਗਲ ਸਖਾਂ ਸਮੇਤ ਸਭ ਮਾਰੇ। ਮੁਗਲ ਸਖਾਂ ਸਮੇਤ ਉਹ ਸਾਰੇ ਹੀ ਮਾਰੇ ਗਏ। ਕੋਈ ਵੀ ਸੂਰਮਾ ਤੁਹਾਡੀ ਫੌਜ ਦਾ ਪਠਾਨ ਜਾਂ ਮੁਗਲ ਬਚਿਆ ਨਹੀਂ ਹੈ। ਗੁਰੂ ਦੇ ਸਿੱਖਾਂ ਨੇ, ਗੁਰੂ ਦੇ ਤੀਰਾਂ ਨੇ ਤਬਾਹੀਆਂ ਮਚਾਤੀਆਂ ਨੇ, ਬਹੁਤ ਸਾਡਾ ਨੁਕਸਾਨ ਹੋਇਆ। ਨਹੀਂ ਬਚੇ ਗੁਰ ਤੇ ਸਭ ਹਾਰੇ। ਸਭ ਹਾਰ ਕੇ ਦੁਨੀਆ ਤੋਂ ਹੀ ਚਲੇ ਗਏ, ਕੋਈ ਬਚਿਆ ਹੀ ਨਹੀਂ, ਮਾਰੇ ਗਏ। ਅਸੀਂ ਥੋੜ੍ਹੇ ਜਿਹੇ ਬੰਦੇ ਤੁਹਾਡੇ ਕੋਲ ਬਚਾ ਕੇ ਆਏ ਹਾਂ, ਤੁਹਾਨੂੰ ਇਹ ਖਬਰ ਦੇਣ ਵਾਸਤੇ ਵੀ ਅਸੀਂ ਜੰਗ ਹਾਰ ਆਏ ਹਾਂ। ਸ਼ਾਹ ਜਹਾਂ ਸੁਨ ਕੈ ਬਿਸਮਾਨਿਓ। ਬਾਦਸ਼ਾਹ ਇਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ। ਕਿਤੇ ਦੇ ਆਸਾਂ ਲਾਈ ਬੈਠਾ ਸੀ ਬਾਦਸ਼ਾਹ ਵੀ ਅੱਜ ਸ਼ਾਮ ਤੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲਿਆਉਣਗੇ, ਮੇਰੇ ਸਾਹਮਣੇ ਪੇਸ਼ ਕਰਨਗੇ, ਮੈਂ ਉਹਨਾਂ ਨੂੰ ਪੁੱਛਾਂਗਾ ਵੀ ਤੁਸੀਂ ਮੇਰਾ ਬਾਜ ਕਿਵੇਂ ਖੋਇਆ। ਫਿਰ ਮੈਂ ਉਹਨਾਂ ਨੂੰ ਆਪਣੀ ਈਨ ਮਨਾਵਾਂਗਾ, ਆਪਣੀ ਤਾਬੇਦਾਰੀ 'ਚ ਰੱਖਾਂਗਾ, ਜਾਂ ਸਜ਼ਾ ਦਿਆਂਗਾ ਜਾਂ ਜੇਲ੍ਹ ਕਰਾਂਗਾ। ਇਹ ਸੋਚੀ ਬੈਠਾ ਸੀ। ਉਲਟਾ ਖਬਰ ਇਹ ਆ ਗਈ ਵੀ ਤੇਰੀਆਂ ਫੌਜਾਂ ਤੇ ਮਾਰੀਆਂ ਗਈਆਂ ਸਾਰੀਆਂ, ਗੁਰੂ ਜਿੱਤ ਗਿਆ ਤੇ ਗੁਰੂ ਨੇ ਤੁਹਾਡੇ ਬੰਦੇ ਸਾਰੇ ਮਾਰ ਦਿੱਤੇ। ਇਹ ਤੋ ਲਸ਼ਕਰ ਕਿਸ ਬਿਦਹਾਨਿਓ। ਬਾਦਸ਼ਾਹ ਮੂੰਹ ਚੁੰਗਲਾ ਪਾ ਕੇ ਹੈਰਾਨ ਹੋ ਗਏ। ਕਹਿੰਦਾ ਐਡੀ ਵੱਡੀ ਫੌਜ ਕਿਵੇਂ ਮਾਰਤੀ ਗੁਰੂ ਨੇ। ਇੰਨੀ ਫੌਜ ਮਾਰਨੀ ਕੁਛ ਥੋੜ੍ਹੀ, 7000 ਬੰਦਾ ਕੋਈ ਐਵੇਂ ਤਾਂ ਨਹੀਂ ਹੁੰਦਾ। 7000 ਫੌਜ ਗੁਰੂ ਨੇ ਮਾਰੀ ਹੈ। ਕਿਵੇਂ ਮਾਰੀ ਹੈ। ਰਣ ਕੇ ਹੇਰਤ ਜੇ ਭਜ ਆਏ। ਜੰਗ ਦਾ ਮੈਦਾਨ ਵੇਖ ਕੇ ਜਿਹੜੇ ਭੱਜ ਆਏ ਨੇ, ਸੁਨ ਬੇ ਹਿਤ ਸੇ ਨਿਕਟ ਬੁਲਾਏ। ਉਹਨਾਂ ਨੂੰ ਬੁਲਾਇਆ ਬਾਦਸ਼ਾਹ ਨੇ ਆਪਣੇ ਕੋਲ। ਸੁਣਾਓ ਬਈ, ਅੱਖੀਂ ਵੇਖਿਆ ਹਾਲ ਸੁਣਾਓ, ਤੁਸੀਂ ਕੀ ਦੇਖਿਆ, ਕੀ ਹੋਇਆ ਉੱਥੇ, ਮੈਨੂੰ ਸਾਰੀ ਗੱਲ ਖੋਲ ਕੇ ਦੱਸੋ। ਜਾਏ ਸਲਾਮ ਸ਼ਾਹੋ ਸੋ ਕੀਨ। ਉਹਨਾਂ ਹਾਰਿਆ ਹੋਇਆਂ ਨੇ ਬਾਦਸ਼ਾਹ ਨੂੰ ਸਲਾਮਾਂ ਕੀਤੀਆਂ ਤੇ ਦੱਸਿਆ। ਬੂਝਨ ਹਿਤ ਬੋਲਿਓ ਲਖ ਦੀਨ। ਬਾਦਸ਼ਾਹ ਪੁੱਛਣ ਲੱਗਾ, ਭਇਓ ਜੰਗ ਕੇ ਮੈਂ ਸਭ ਹੀ ਮਾਰੇ। ਕਹਿੰਦਾ ਇਹ ਦੱਸੋ ਜੰਗ ਕਿਵੇਂ ਹੋਇਆ ਤੇ ਗੁਰੂ ਨੇ ਸਾਡੇ ਸਾਰੇ ਬੰਦੇ ਕਿਵੇਂ ਮਾਰ ਦਿੱਤੇ ਨੇ। ਕਰਿਓ ਕਪਟ ਕੁਛ ਨਹਿ ਸੰਭਾਰੇ। ਤੇ ਗੁਰੂ ਨੇ ਕੀ ਜਾਦੂ ਕੀਤਾ ਹੈ, ਕੀ ਕਪਟ ਕੀਤਾ ਹੈ। ਧੋਖੇ ਨਾਲ ਤਾਂ ਨਹੀਂ ਮਾਰਤੇ, ਕਿਤੇ ਸੁੱਤੇ ਪਏ ਤਾਂ ਨਹੀਂ ਮਾਰਤੇ ਤੁਹਾਡੇ ਬੰਦੇ। ਗੁਰੂ ਨੇ ਕੋਈ ਇਹੋ ਜਿਹਾ ਬੰਬ ਤਾਂ ਨਹੀਂ ਚਲਾਤਾ ਵੀ ਤੁਹਾਡੇ ਬੰਦੇ ਉਹਦੇ ਨਾਲ ਮਰ ਗਏ ਹੋਣ। ਕਿਵੇਂ ਮਾਰੇ। ਕੋਈ ਉਹਨਾਂ ਕੋਲ ਹਥਿਆਰ ਵੱਡੇ ਸੀ, ਕੋਈ ਤੋਪਾਂ ਵੱਡੀਆਂ ਸੀ, ਕੀ ਸੀ ਜਿਹਦੇ ਨਾਲ ਮਾਰਿਆ ਤੁਹਾਨੂੰ। ਕਹਿ ਗੁਰ ਢਿਗ ਲਸ਼ਕਰ ਭਟ ਪਹਾੜੇ। ਜਾਂ ਤੁਹਾਡੇ ਨਾਲੋਂ ਗੁਰੂ ਕੋਲ ਫੌਜ ਜ਼ਿਆਦਾ ਸੀ। ਤੁਹਾਡੇ ਕੋਲ 7000 ਸੀ, ਹੋ ਸਕਦਾ ਗੁਰੂ ਕੋਲ 15-20 ਹਜ਼ਾਰ ਹੋਵੇ, ਤਾਂ ਮਾਰ ਦਿੱਤੀ ਹੋਵੇ ਤੁਹਾਡੀ ਫੌਜ। ਕੀ ਹੋਇਆ। ਹਤੇ ਅਲਪ ਜਿਸ ਤੇ ਤੁਮ ਹਾਰੇ। ਥੋੜ੍ਹੇ ਬੰਦੇ ਮੈਂ ਤਾਂ ਸੁਣਿਆ ਵੀ ਗੁਰੂ ਕੋਲ ਹੁਣ ਸਨ। ਮੈਨੂੰ ਤਾਂ ਇਹ ਰਿਪੋਰਟ ਮਿਲੀ ਸੀ ਵੀ ਗੁਰੂ ਕੋਲ ਤਾਂ 500-700 ਬੰਦਾ ਹੋਵੇਗਾ, ਹੱਦ ਸਿਪਾਹੀ ਸਿੱਖ।
500-700 ਬੰਦਾ 5-7 ਹਜ਼ਾਰ ਨੂੰ ਮਾਰ ਲਵੇ, ਇਹ ਤਾਂ ਹੋ ਨਹੀਂ ਸਕਦਾ। ਕਿੱਦਾਂ ਹੋ ਸਕਦਾ? ਹਾਂਜੀ। ਸੁਨ ਭਗੈ ਗਨ ਕਹਿਓ ਬਨਾਏ। ਉਹਨਾਂ ਸਿਪਾਹੀਆਂ ਨੇ ਜਿਹੜੇ ਭੱਜ ਕੇ ਆਏ ਸੀ, ਅੰਮ੍ਰਿਤਸਰ ਦੀ ਲੜਾਈ ਵੇਖ ਕੇ ਆਏ ਸੀ, ਉਹਨਾਂ ਨੇ ਇਉਂ ਬਾਦਸ਼ਾਹ ਨੂੰ ਜਵਾਬ ਦਿੱਤਾ, ਕਛ ਖੁਦਾਏ ਗਤ ਲਖੀ ਨਾ ਜਾਏ। ਹੇ ਬਾਦਸ਼ਾਹ ਸਲਾਮਤ, ਅੱਲਾਹ ਤਾਲਾ ਦੀਆਂ ਗੱਲਾਂ ਨੂੰ ਕੋਈ ਜਾਣ ਨਹੀਂ ਸਕਦਾ। ਖੁਦਾ ਦੇ ਰੰਗਾਂ ਦਾ ਪਤਾ ਨਹੀਂ। ਖੁਦਾ ਕੀ ਕੁਝ ਕਰ ਦਿੰਦਾ, ਕੀ ਕੁਝ ਵਿਖਾ ਦਿੰਦਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਹਮ ਤੇ 10 ਗੁਣ ਤਿਹ ਦਲ ਥੋਰਾ। ਬਾਦਸ਼ਾਹ ਜੋ ਤੁਸੀਂ ਸੁਣਿਆ ਨਾ, ਉਹ ਰਿਪੋਰਟ ਸੱਚੀ ਹੈ। ਸਾਡੇ ਨਾਲੋਂ ਗੁਰੂ ਦੀ ਫੌਜ 10 ਗੁਣਾ ਘੱਟ ਸੀ। ਸਾਡੇ ਕੋਲ 7000 ਸੀ ਤੇ ਗੁਰੂ ਕੋਲ 500-700 ਬੰਦੇ ਸਨ। ਹਾਂਜੀ। ਛਲ ਭੀ ਨਹੀਂ ਭਇਓ ਤਿਸ ਠੋਰਾ। ਤੇ ਗੁਰੂ ਨੇ ਕੋਈ ਧੋਖਾ ਵੀ ਨਹੀਂ ਕੀਤਾ ਸਾਡੇ ਨਾਲ, ਛਲ ਵੀ ਨਹੀਂ ਕੀਤਾ। ਸਾਹਮਣੇ ਲੜਿਆ ਗੁਰੂ, ਮੈਦਾਨੇ ਜੰਗ ਦੇ ਵਿੱਚ ਬਹਾਦਰਾਂ ਦੀ ਤਰ੍ਹਾਂ ਉਸਨੇ ਸਾਡਾ ਮੁਕਾਬਲਾ ਕੀਤਾ। ਹਮ ਛਲ ਸੋਨਿਸ ਮਹਿ ਚਲ ਗਏ। ਬਲਕਿ ਛਲ ਤੇ ਅਸੀਂ ਕੀਤਾ ਸੀ। ਅਸੀਂ ਰਾਤ ਨੂੰ ਗਏ ਸੀ ਵੀ ਸੁੱਤੇ ਪਿਆਂ ਨੂੰ ਦੱਬ ਲਾਂਗੇ, ਵੀ ਉਹ ਸੁੱਤੇ ਹੋਣਗੇ, ਜਾ ਕੇ ਕਬਜ਼ਾ ਕਰ ਲਾਂਗੇ ਇਸ ਘਰਾਂ ਦੇ ਵਿੱਚ, ਫੜ ਕੇ ਮਾਰ ਦਿਆਂਗੇ, ਗੁਰੂ ਨੂੰ ਫੜ ਲਾਂਗੇ, ਲੜਾਈ ਤੋਂ ਬਿਨਾਂ ਕੰਮ ਸਰ ਜਾਏਗਾ। ਅਸੀਂ ਇਹ ਸੋਚ ਕੇ ਗਏ ਸੀ। ਪੁਰ ਤੇ ਉਰੇ ਊਚ ਥਲ ਆਏ। ਅੰਮ੍ਰਿਤਸਰ ਤੋਂ ਉਰਾਂ ਗੁਰੂ ਨੇ ਉੱਚੀ ਜੀ ਥਾਂ ਦੇ ਉੱਤੇ ਇੱਕ ਤੋਪ ਬੀੜੀ ਹੋਈ ਸੀ, ਉਹਦੇ ਨਾਲ ਗੋਲੇ ਚਲਾਣੇ ਸ਼ੁਰੂ ਕਰ ਦਿੱਤੇ। ਤਹਾਂ ਪਰੀ ਇੱਕ ਤੋਪ ਨਿਹਾਰੀ। ਅਸੀਂ ਤੋਪ ਵੇਖੀ ਹੈ ਉੱਥੇ। ਬਾਦਸ਼ਾਹ ਤੋਪ ਵੀ ਲੱਕੜ ਦੀ ਹੈ, ਲੋਹੇ ਦੀ ਨਹੀਂ, ਤਾਂਬੇ ਦੀ ਨਹੀਂ, ਪਿੱਤਲ ਦੀ ਨਹੀਂ। ਗੁਰੂ ਦੀ ਤੋਪ ਲੱਕੜ ਦੀ ਸੀ, ਪਰ ਲੱਕੜ ਦੀ ਤੋਪ ਨੇ ਇੰਨੀ ਤਬਾਹੀ ਮਚਾਈ, ਸਾਡੇ ਸੈਂਕੜੇ ਜਵਾਨ ਘੋੜਿਆਂ ਸਮੇਤ ਉਡਾ ਦਿੱਤੇ। ਲਕਰਾ ਖੁਦਿਓ ਤਾਹੇ ਭਰ ਮਾਰੀ। ਗੁਰੂ ਨੇ ਲੱਕੜ ਇਮਲੀ ਦੇ ਦਰਖਤ ਦੇ ਵਿੱਚ ਰੇਤਾ ਪਾ ਕੇ, ਬਜਰੀ ਪਾ ਕੇ ਚਲਾਤੀ, ਤੋਪਾਂ ਦੇ ਗੋਲੇ ਬਣਾ ਦਿੱਤੇ। ਬੀਸਕ ਭਟ ਤਹ ਲਰੇ ਬਡੇਰੇ। ਉੱਥੇ ਪਹਿਲਾ ਮੁਕਾਬਲਾ ਸਾਡਾ ਤੋਪ ਵਾਲਿਆਂ ਨਾਲ ਹੋਇਆ। ਉਹਨਾਂ ਨੇ ਪਹਿਲਾਂ ਤੇ ਤੋਪਾਂ ਦਾਗੀਆਂ, ਸਾਡੇ ਬੜੇ ਬੰਦੇ ਮਾਰੇ ਰਾਤ ਨੂੰ। ਫਿਰ 20-25 ਬੰਦੇ ਹੋਰ ਸੀਗੇ, 25 ਸਿੱਖ ਸਨ ਸਾਧ ਸੰਗਤ ਜੀ, ਕਿਲੇ ਲੋਹਗੜ੍ਹ ਵਿੱਚ। ਉਹਨਾਂ ਬਾਰੇ ਕਹਿ ਰਹੇ, ਕਹਿੰਦੇ 25 ਸਿੱਖਾਂ ਨੇ ਸਾਡਾ ਮੁਕਾਬਲਾ ਕੀਤਾ। ਫਿਰ ਉਹਨਾਂ ਨੂੰ ਅਸੀਂ ਬੜੀ ਮੁਸ਼ਕਲ ਨਾਲ ਮਾਰਿਆ। ਲਸ਼ਕਰ ਕੇ ਨਰਹਤੇ ਕਨੇਰੇ। ਸਾਡੀ ਫੌਜ ਉਹਨਾਂ 25 ਨੇ ਹੀ ਮੁਕਾ ਛੱਡੀ ਬਹੁਤੀ ਰਾਤ ਦੇ ਟਾਈਮ ਵਿੱਚ। ਲੈਨ ਤੋਪ ਹਿਤ ਮੁਗਲ ਸਖਾਨ। ਉਹ ਤੋਪ ਖੋਹਣ ਵਾਸਤੇ ਅਸੀਂ ਹਮਲੇ ਕਰਦੇ ਰਹੇ। ਸਾਡਾ ਜਰਨੈਲ ਮੁਗਲ ਸਖਾਂ ਕਹਿੰਦਾ ਵੀ ਤੋਪ ਖੋਹ ਲਓ ਸਿੱਖਾਂ ਕੋਲੋਂ। ਅਸੀਂ ਬੜੇ ਜ਼ੋਰ ਦੇ ਹੱਲੇ ਕੀਤੇ। ਕਰ ਹੇਲਾ ਪਾਇਓ ਘਮਸਾਨ। ਹੱਲਾ ਕਰਕੇ ਉੱਥੇ ਘਮਸਾਨ ਮਚਾ ਦਿੱਤਾ। ਜੰਗ ਬੜਾ ਗਹਿ ਗੱਚ ਹੋਇਆ। ਰਾਤ ਨੂੰ ਘੇਰ ਸਬੈ ਕਿਰਪਾਨ ਸੋ ਮਾਰੇ। ਅਸੀਂ ਫਿਰ ਉਹਨਾਂ ਨੂੰ ਘੇਰ ਲਿਆ ਜਿੱਥੇ ਉਹ ਤੋਪਾਂ ਚਲਾਉਂਦੇ ਸੀ, ਕਿਲੇ ਲੋਹਗੜ੍ਹ ਵਿੱਚ। ਕੱਚੀ ਜੀ ਕੰਧ ਨੂੰ ਕਿਲਾ ਕਹਿੰਦੇ ਸੀ। ਗੁਰੂ ਨੇ ਕੱਚੀ ਕੰਧ ਬਣਾਈ ਸੀ, ਉੱਤੇ ਤੋਪ ਲਾਈ ਹੋਈ ਸੀ ਲੱਕੜ ਦੀ। ਉਹਨੂੰ ਕਹਿੰਦੇ ਸੀ ਕਿਲਾ ਲੋਹਗੜ੍ਹ। ਮਿੱਟੀ ਦੀ ਕੰਧ, ਹੁਣ ਤਾਂ ਗੁਰਦੁਆਰਾ ਬਣਿਆ ਹੋਇਆ। ਕਹਿੰਦੇ ਵੀ ਲੱਕੜ ਦੀ ਤੋਪ ਤੇ ਕੱਚੀ ਕੰਧ ਦਾ ਕਿਲਾ ਬਣਾ ਕੇ ਗੁਰੂ ਲੜ ਰਿਹਾ ਸੀ, ਬੰਦੇ ਦੇ ਬੰਦੇ ਲੜ ਰਹੇ ਸੀ। ਅਸੀਂ ਉਹਨਾਂ ਨੂੰ ਘੇਰ ਕੇ ਤਲਵਾਰਾਂ ਨਾਲ ਮਾਰ ਦਿੱਤਾ। ਦੇਖ ਤੋਪ ਸਭ ਅਚਰਜ ਧਾਰੇ। ਪਰ ਜਦੋਂ ਗੁਰੂ ਦੀ ਤੋਪ ਦੇ ਉੱਤੇ ਕਬਜ਼ਾ ਕੀਤਾ, ਉਹਨੂੰ ਦੇਖ ਕੇ ਹੈਰਾਨ ਹੋ ਗਏ ਵੀ ਉਹ ਤੇ ਲੱਕੜ ਦੀ ਸੀ। ਹਾਂਜੀ। ਗੁਰ ਮੰਦਰ ਮਹਿ ਜਾਏ ਪ੍ਰਵੇਸ਼ੇ। ਫਿਰ ਅਸੀਂ ਗੁਰੂ ਦੇ ਘਰ ਜਾ ਵੜੇ, ਗੁਰੂ ਦੇ ਮਹਿਲਾਂ 'ਚ, ਗੁਰੂ ਦੇ ਦਰਬਾਰ ਸਾਹਿਬ ਚਲੇ ਗਏ ਅਸੀਂ। ਹਾਂਜੀ। ਧਨ ਭੂਖਣ ਲੈ ਗਏ ਅਸ਼ੇਸ਼ੇ। ਅਸੀਂ ਉੱਥੇ ਜਾ ਕੇ ਗੁਰੂ ਦਾ ਘਰ ਲੁੱਟਿਆ ਚੰਗੀ ਤਰ੍ਹਾਂ। ਸਾਡੇ ਬੰਦਿਆਂ ਨੇ, ਸਿਪਾਹੀਆਂ ਨੇ, ਮੁਗਲਾਂ ਨੇ ਗੁਰੂ ਦੇ ਘਰ 'ਚ ਜਿੰਨਾ ਵੀ ਕੋਈ ਸੋਨਾ ਚਾਂਦੀ ਸੀ, ਕੱਪੜਾ ਲੱਤਾ ਸੀ, ਮੰਜਾ ਬਿਸਤਰਾ ਸੀ, ਸਭ ਚੁੱਕ ਲਿਆ। ਜੋ ਸ਼ਹਿਰ 'ਚ ਸਾਨੂੰ ਭੇਡ ਬੱਕਰੀ, ਮੱਝ ਗਾਂ ਮਿਲੀ, ਉਹ ਵੀ ਖੋਹ ਲਈ। ਲੋਕਾਂ ਦੇ ਘਰ ਵੀ ਲੁੱਟ ਲਏ ਅਸੀਂ। ਹਾਂਜੀ। ਜਾਮ ਨਿਸਾ ਜਬ ਚੰਦ ਚਰਿਓ ਹੈ। ਪਰ ਪਤਾ ਨਹੀਂ, ਜਦੋਂ ਸਵੇਰ ਦਾ ਟਾਈਮ ਹੋਇਆ 3 ਵਜੇ ਦਾ, ਅਸੀਂ ਤੇ ਆਰਾਮ ਨਾਲ ਸੌਂ ਗਏ ਸੀ ਵੀ ਚਲੋ ਹੁਣ ਗੁਰੂ ਤੇ ਭੱਜ ਗਿਆ ਤੇ ਹੁਣ ਕਿਹਨੇ ਆਉਣਾ। ਅਸੀਂ ਬੇਫਿਕਰੇ ਹੋ ਗਏ ਸੀ। ਹਾਂਜੀ। ਗੁਰ ਲੈ ਕਰ ਦਲ ਆਨ ਲਰਿਓ ਹੈ। ਪਰ ਜਦੋਂ ਸਵੇਰ ਦਾ ਟਾਈਮ ਹੋਇਆ 2:30-3 ਵਜੇ, ਗੁਰੂ ਦੀਆਂ ਫੌਜਾਂ ਅਕਾਲ ਕਰਦੀਆਂ ਪਈਆਂ ਤੇ ਗੁਰੂ ਨੇ ਸਾਡੇ ਦੰਦ ਖੱਟੇ ਕਰ ਦਿੱਤੇ। ਅਸੀਂ ਤਾਂ ਸੋਚਦੇ ਸੀ ਵੀ ਗੁਰੂ ਦੌੜ ਗਿਆ, ਹੁਣ ਨਹੀਂ ਆਉਣ ਲੱਗਾ, ਪਰ ਉਹਨੇ ਸਵੇਰੇ ਦਿਨ ਚੜ੍ਹਦੇ ਸਾਰ ਸਾਨੂੰ ਮੁਸੀਬਤ ਪਾ ਦਿੱਤੀ।
ਭਈ ਤੁਫੰਗਨ ਕੀ ਬਹੁ ਮਾਰ। ਬਹੁਤ ਗੋਲੀ ਚਲਾਈ ਗੁਰੂ ਨੇ, ਉਹਦੇ ਸਿੱਖਾਂ ਨੇ ਇੰਨੀਆਂ ਬੰਦੂਕਾਂ ਚਲਾਈਆਂ, ਸਾਡੇ ਬੰਦੇ ਗੋਲੀਆਂ ਨਾਲ ਭੁੰਨ ਸੁੱਟੇ। ਗੁਰ ਕੇ ਤੀਰ ਚਲੇ ਤਿਸ ਬਾਰ। ਤੇ ਗੁਰੂ ਹਰਗੋਬਿੰਦ ਦੇ ਤੀਰ ਵੀ ਉਦੋਂ ਚੱਲੇ। ਉਹਦੇ ਤੀਰ ਸਨ ਕਿ ਗਜਬ ਸਨ, ਇਹੋ ਜਿਹਾ ਤੀਰ ਮਾਰਦਾ ਸੀ, ਸਾਡੇ 3-3 4-4 5-5 ਬੰਦੇ ਇੱਕੋ ਤੀਰ ਨਾਲ ਹੀ ਮਾਰ ਦਿੰਦਾ ਸੀ, ਪਰੋ ਦਿੰਦਾ ਸੀ। ਚਤੁਰੰਗਲ ਚੌਰੇ ਬੜ ਤੀਖਨ। ਉਹਦੇ ਜਿਹੜੇ ਤੀਰ ਸੀ ਗੁਰੂ ਹਰਗੋਬਿੰਦ ਛੇਵੇਂ ਪਾਤਸ਼ਾਹ ਦੇ 4-4 ਉਂਗਲ ਚੌੜੇ ਤੇ ਫੁਲਾਦੀ ਸਨ, ਤਿੱਖੇ ਬਹੁਤ ਸਨ ਗੁਰੂ ਦੇ ਤੀਰ। ਖਪਰੇ ਖਰੇ ਫੁਲਾਦੀ ਭੀਖਨ। ਫੁਲਾਦ ਦੇ ਬੜੇ ਭਿਆਨਕ ਖੱਪਰੇ 4-4 ਉਂਗਲ ਚੌੜੇ ਤੀਰ ਸਨ। 3 ਕੇ 4 5 ਕੇ ਪਾਰ। ਗੁਰੂ ਦਾ ਇੱਕ ਤੀਰ 3-4-5 ਜੋ ਲੰਘ ਜਾਂਦਾ ਸੀ। ਪਰੈ ਇਤਨ ਕੇ ਪ੍ਰਾਨ ਬਿਦਾਰ। ਇੰਨਿਆਂ ਨੂੰ ਗੁਰੂ ਦਾ ਇੱਕੋ ਤੀਰ ਮਾਰ ਦਿੰਦਾ ਸੀ, ਇੰਨੇ ਜ਼ੋਰ ਦਾ ਤੀਰ ਮਾਰਦਾ ਸੀ ਗੁਰੂ। ਸਾਡੇ 5-5 ਬੰਦੇ ਇੱਕੋ ਤੀਰ ਨਾਲ ਮਾਰ ਦਿੰਦਾ ਸੀ। ਅਰਗੁਲ ਕਨਕੋ ਗਿਰ ਨੋ ਜੋਈ। ਪਰ ਜਿਹੜੀ ਉਹਨਾਂ ਦੀ ਗੋਲੀ ਸੀ ਉਹ ਵੀ ਕਮਾਲ ਦੀ ਸੀ। ਸਿੱਖਾਂ ਦੀ ਗੋਲੀ ਨਿਸ਼ਾਨੇ ਤੇ ਲੱਗਦੀ ਸੀ, ਸਾਡਾ ਇੱਕ ਵੀ ਬੰਦਾ ਉਹ ਨਿਸ਼ਾਨੇ ਤੋਂ ਬਚਿਆ ਨਹੀਂ। ਗੁਰੂ ਕੇ ਸਿੱਖਾਂ ਨੇ ਗੋਲੀਆਂ ਲਈ ਭੁੰਨ ਦਿੱਤੇ ਸਾਡੇ ਬੰਦੇ। ਦਲ ਥੋਰੋ ਬਰਖਾ ਬੜ ਹੋਈ। ਸਾਡੀ ਫੌਜ ਦੇ ਉੱਤੇ ਸਿੱਖਾਂ ਨੇ ਅੰਨ੍ਹੇਵਾਹ ਤਾਬੜ ਤੋੜ ਗੋਲੀਆਂ ਭਰਾਈਆਂ, ਲਗਾਤਾਰ ਹੀ ਮੀਂਹ ਭਰਾਉਂਦੇ ਰਹੇ ਤੇ ਉਹਨਾਂ ਦਾ ਨਿਸ਼ਾਨਾ ਬੜਾ ਪੱਕਾ ਸੀ। ਬਾਦਸ਼ਾਹ ਬੰਦਾ ਸਾਡਾ ਕੋਈ ਬਚ ਨਹੀਂ ਸਕਿਆ। ਨਭ ਤੇ ਔਰਨ ਕੀ ਸਮ ਪਰੈ। ਗੋਲੀਆਂ ਸਿੱਖਾਂ ਦੀਆਂ ਇਉਂ ਪੈਂਦੀਆਂ ਸੀ ਜਿਵੇਂ ਭਾਦਰੋਂ ਦੇ ਮਹੀਨੇ ਗੜੇ ਪੈ ਜਾਂਦੇ, ਛੜਾਕਾ ਪੈ ਜਾਂਦਾ ਉੱਤੋਂ ਗੜਿਆਂ ਦਾ, ਬਰਫ਼ ਦੇ ਔਲੇ ਪੈ ਜਾਂਦੇ ਨੇ। ਇਉਂ ਗੁਰੂ ਦੇ ਤੀਰ ਤੇ ਸਿੱਖਾਂ ਦੀਆਂ ਗੋਲੀਆਂ ਪੈਂਦੀਆਂ ਸੀ। ਲਸ਼ਕਰ ਸੁਪਟ ਹਜ਼ਾਰੋਂ ਮਰੈ। ਲੱਖਾਂ ਹੀ ਗੋਲੀਆਂ ਤੀਰ ਪਤਾ ਨਹੀਂ ਕਿੱਥੋਂ ਆ ਰਹੇ ਸੀ ਤੇ ਸਾਡੇ ਬੰਦੇ ਮਰ ਰਹੇ ਸੀ। ਇਤਕੀ ਚਲਹਿ ਲਗੈ ਤਿਨ ਥੋਰੀ। ਸਾਡੀਆਂ ਵੀ ਗੋਲੀਆਂ ਚੱਲਦੀਆਂ ਸੀ, ਅਸੀਂ ਵੀ ਚਲਾਉਂਦੇ ਸੀ, ਪਰ ਉਹਨਾਂ ਸਿੱਖਾਂ ਨੂੰ ਥੋੜੀਆਂ ਲੱਗਦੀਆਂ ਸੀ। ਉਹਨਾਂ ਦੀ ਬੰਦੂਕ ਸਿੱਧੀ ਨਿਸ਼ਾਨੇ ਤੇ ਪੈਂਦੀ ਸੀ ਗੋਲੀ। ਕੋ ਜਾਣੈ ਜਾਤੀ ਕਿਸ ਔਰੀ। ਸਾਡੀਆਂ ਗੋਲੀਆਂ ਪਤਾ ਨਹੀਂ ਕਿੱਧਰ ਜਾ ਰਹੀਆਂ ਸਨ। ਚਲਾਉਂਦੇ ਤੇ ਅਸੀਂ ਵੀ ਬੜੇ ਜ਼ੋਰ ਨਾਲ ਸੀ ਗੋਲੀਆਂ ਤੀਰ, ਪਰ ਸਾਡਾ ਨਿਸ਼ਾਨਾ ਲੱਗਦਾ ਨਹੀਂ ਸੀ। ਸਾਧ ਸੰਗਤ ਜੀ, ਇਹ ਗੱਲ ਕਾਜ਼ੀ ਨੂਰ ਮੁਹੰਮਦ ਨੇ ਵੀ ਲਿਖੀ ਹੈ ਕਿ ਸਿੱਖਾਂ ਨੂੰ ਸਾਰੇ ਹਥਿਆਰ ਚਲਾਉਣੇ ਆਉਂਦੇ ਆ, ਪਰ ਬੰਦੂਕ ਚਲਾਉਣਾ ਇਹਨਾਂ ਵਰਗਾ ਨਹੀਂ ਕੋਈ ਚਲਾ ਸਕਦਾ। ਬਾਕੀ ਵੀ ਹਥਿਆਰ ਸਿੱਖ ਚੰਗੇ ਚਲਾਉਂਦੇ ਸਾਰੇ, ਪਰ ਬੰਦੂਕ ਇਹਨਾਂ ਵਰਗੀ ਕੋਈ ਚਲਾ ਨਹੀਂ ਸਕਦਾ। ਉਹਦਾ ਕਾਰਨ ਇਹ ਹੈ ਵੀ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਧਿਆਨ ਇਕਾਗਰ ਹੈ, ਬਿਰਤੀ ਖਿੰਡੀ ਨਹੀਂ। ਜਿਹਦਾ ਧਿਆਨ ਇਕਾਗਰ ਹੈ ਉਹਦਾ ਨਿਸ਼ਾਨਾ ਨੇਚਰਲੀ ਲੱਗਣਾ ਹੀ ਲੱਗਣਾ। ਜਿਹੜੇ ਬੰਦੇ ਰਾਤ ਨੂੰ ਸ਼ਰਾਬਾਂ ਪੀ ਕੇ ਸੌਂਦੇ, ਸਵੇਰੇ 9 ਵਜੇ ਉੱਠਦੇ ਆ, ਅੱਖਾਂ 'ਚ ਗਿੱਡਾਂ ਹੁੰਦੀਆਂ, ਮੂੰਹ ਧੋਣਾ ਨਹੀਂ, ਰੱਬ ਦਾ ਨਾਂ ਲੈਣਾ ਨਹੀਂ, ਧਿਆਨ ਖਿੰਡਿਆ ਹੋਇਆ ਕਈ ਪਾਸੇ, ਮਾੜੇ ਪਾਸੇ ਧਿਆਨ, ਉਹਨਾਂ ਦਾ ਨਿਸ਼ਾਨਾ ਕੀ ਲੱਗਣਾ ਹੋਇਆ। ਸੋ ਕਹਿੰਦੇ ਵੀ ਗੁਰੂ ਦੇ ਸਿੱਖਾਂ ਦਾ ਨਿਸ਼ਾਨਾ ਪੱਕਾ ਲੱਗਦਾ ਸੀਗਾ ਤੇ ਸਾਡਾ ਨਿਸ਼ਾਨਾ ਉਹਨਾਂ ਪੱਕਾ ਨਹੀਂ ਸੀ। ਆਦਿਕ ਲਸ਼ਕਰ ਤੁਪਕਨ ਮਾਰਾ। ਅੱਧੀ ਕੁ ਫੌਜ ਤਾਂ ਗੋਲੀਆਂ ਨਾਲ ਹੀ ਮਾਰਤੀ ਸਾਡੀ। ਬਹੁਰ ਮਿਲੇ ਨਿਕਸੀ ਕਰਵਾਰਾ। ਫਿਰ ਜਦੋਂ ਨੇੜੇ ਗਏ ਤੇ ਤਲਵਾਰਾਂ ਕੱਢ ਲਈਆਂ। ਮੁਗਲ ਖਾਨ ਕੀ ਗਨ ਸ਼ਮਸ਼ੇਰ। ਕਹਿੰਦੇ ਮੁਗਲਾਂ ਤੇ ਖਾਨਾਂ ਦੀਆਂ ਤਲਵਾਰਾਂ ਟੂਟ ਪਰੀ ਕਿਤਨੀ ਤਸਬੀਰ। ਉੱਥੇ ਟੁੱਟ ਗਈਆਂ। ਸਾਡੀਆਂ ਤਲਵਾਰਾਂ ਟੁੱਟ ਕੇ ਡਿੱਗਦੀਆਂ ਸਨ। ਗੁਰ ਕੇ ਭਟ ਕਿਆ ਲੋਕ ਗਵਾਰ। ਗੁਰੂ ਦੀ ਫੌਜ ਕਿਹੜੀ ਸੀ? ਨਾਈ, ਝਿਊਰ, ਬਾਹਮਣ ਤੇ ਛੀਂਬੇ, ਜੁਲਾਹੇ, ਜੱਟ, ਇੱਦਾਂ ਦੀਆਂ ਬਰਾਦਰੀਆਂ ਜਿਹੜੀਆਂ ਖੇਤਾਂ 'ਚ ਕੰਮ ਕਰਨ ਵਾਲੇ ਜਾਂ ਡੰਗਰ ਚਾਰਨ ਵਾਲੇ, ਇੱਦਾਂ ਦੇ ਲੋਕ ਸੀਗੇ। ਪਰ ਪਤਾ ਨਹੀਂ ਉਹਨਾਂ ਨੂੰ ਕੀ ਦਿੱਤਾ ਹੋਇਆ ਸੀ ਗੁਰੂ ਨੇ ਕਿ ਉਹ ਸਾਨੂੰ ਅੱਗੇ ਲਾਈ ਫਿਰਦੇ ਸੀ। ਹਾਂਜੀ, ਨਹਿ ਜਾਣ ਹੈ ਵਿਦਿਆ ਹਥਿਆਰ। ਉਹ ਗੁਰੂ ਦੇ ਸਿੱਖ ਗਵਾਰ ਜਿਹੜੇ ਹਥਿਆਰ ਵਿਦਿਆ, ਸ਼ਸਤਰ ਵਿਦਿਆ ਜਾਣਦੇ ਹੀ ਨਹੀਂ। ਉਹਨਾਂ ਨੇ ਕਿਹੜਾ ਕੋਈ ਜੰਗ ਲੜਿਆ। ਉਹ ਤਾਂ ਘਰਾਂ ਵਿੱਚ ਕੋਈ ਖੇਤਾਂ 'ਚ ਕੰਮ ਕਰਦਾ ਹੈ, ਕੋਈ ਲੱਕੜੀ ਦਾ ਕੰਮ ਕਰਦਾ ਹੈ, ਕੋਈ ਕੱਪੜਾ ਬੁਣਦਾ ਹੈ। ਕਿਉਂਕਿ ਇਹ ਜਾਤਾਂ ਇਕੱਠੀਆਂ ਕੀਤੀਆਂ ਗੁਰੂ ਨੇ, ਜਿਨ੍ਹਾਂ ਨੂੰ ਗਰੀਬ ਤੇ ਕਮੀ ਕਮੀਨ ਕਹਿੰਦੇ ਆ। ਜਿਹੜੇ ਮੁਗਲ ਪਠਾਨ ਬਹਾਦਰ ਕੌਮਾਂ ਨੇ ਉਹ ਤਾਂ ਉੱਥੇ ਹੈ ਨਹੀਂ, ਉਹ ਤਾਂ ਸਾਡੇ ਕੋਲ ਨੇ। ਹਾਂਜੀ, ਅਨੇਕ ਜਾਤ ਕੇ ਕਰ ਇਕਠਾਏ। ਅਨੇਕਾਂ ਜਾਤਾਂ ਦੇ ਗਰੀਬੜੇ ਜੇ ਸਿੱਖ, ਛੀਂਬੇ, ਨਾਈ, ਝਿਊਰ, ਬਾਹਮਣ, ਜੱਟ
ਤੇ ਬਾਣੀਏ ਇਦਾਂ ਦੇ ਗੁਰੂ ਨੇ ਇੱਕ ਥਾਂ ਦੇ ਇਕੱਠੇ ਕੀਤੇ ਹੋਏ ਸਾਰੇ ਹੀ, ਦਲ ਕੋ ਕਰ ਲੀਨੋ ਸਮੁਦਾਏ। ਤੇ ਉਹਦਾ ਦਲ ਬਣਾਇਆ ਹੋਇਆ। ਦਲ ਤਾਂ ਹੁੰਦਾ ਹੈ ਮੁਗਲਾਂ ਦੇ, ਪਠਾਣਾਂ ਦੇ, ਰਾਜਪੂਤਾਂ ਦੇ ਜਿਹੜੇ ਲੜਾਕੀ ਕੌਮਾਂ ਨੇ। ਇਹ ਜਿਹੜੇ ਨੇ ਨਾਈ, ਝਿਊਰ, ਛੀਂਬੇ, ਇਹ ਭਲਾ ਕਦੋਂ ਲੜਾਕੇ ਬਣ ਗਏ? ਇਹ ਗੁਰੂ ਨੇ ਪਤਾ ਨਹੀਂ ਕਿਵੇਂ ਬਣਾ ਦਿੱਤੇ ਹੈ। ਤਬ ਖੜਗਨ ਕੀ ਮਾਰ ਮਚਾਈ। ਜਦੋਂ ਅਸੀਂ ਨੇੜੇ ਗਏ ਤੇ ਗੁਰੂ ਦੇ ਸਿੱਖ ਤਲਵਾਰਾਂ ਧੂ ਕੇ ਪੈ ਗਏ, ਖੰਡੇ ਲੈ ਕੇ ਪੈ ਗਏ ਸਾਡੇ ਗਲ। ਸੈਨਾ ਕਤਲ ਕਰੀ ਜਮ ਭਾਈ। ਇਹ ਬਾਦਸ਼ਾਹ ਉਹਨਾਂ ਨੇ ਤੇ ਸਾਡੀਆਂ ਲਾਸ਼ਾਂ ਵੱਢ ਸੁੱਟੀਆਂ ਜਿਵੇਂ ਗਾਜਰਾਂ ਮੂਲੀਆਂ ਵੱਢੀ ਦੀਆਂ, ਇਉਂ ਵੱਢਦੇ ਸੀਗੇ। ਹਾਂਜੀ, ਪਰਿਓ ਅਪੂਠੋ ਲੋਹ ਹਮਾਰੋ। ਇਹ ਬਾਦਸ਼ਾਹ ਸਾਡਾ ਲੋਹਾ ਹੀ ਪੁੱਠਾ ਪੈ ਗਿਆ। ਸਾਡੇ ਹਥਿਆਰ ਕੰਮ ਨਹੀਂ ਕਰਦੇ, ਸਾਡਾ ਵਾਰ ਨਹੀਂ ਲੱਗਦਾ, ਉਹਨਾਂ ਦਾ ਵਾਰ ਖਾਲੀ ਨਹੀਂ ਜਾਂਦਾ। ਹਾਂਜੀ, ਕਰੇ ਪ੍ਰਹਾਰਨ ਰਿਪ ਕੋ ਮਾਰੋ। ਅਸੀਂ ਮਾਰਦੇ ਸੀ ਉਹਨਾਂ ਨੂੰ, ਪਰ ਉਹ ਸਾਡਾ ਵਾਰ ਟਿਕਾਣੇ ਲੱਗਦਾ ਹੀ ਨਹੀਂ ਸੀ। ਹਾਂਜੀ, ਗਜ਼ਬ ਤਮਾਚਾ ਅਜਬ ਗੁਜ਼ਾਰਾ। ਗੁਰੂ ਨੇ ਬੜਾ ਗਜਬ ਦਾ ਤਮਾਚਾ ਮਾਰਿਆ, ਸਾਡੇ ਮੂੰਹ ਤੇ ਗਜਬ ਗੁਜ਼ਾਰ ਦਿੱਤਾ। ਇਹੋ ਜਿਹੀ ਹਾਰ ਬਾਦਸ਼ਾਹ ਸਾਡੀ ਕਦੀ ਨਹੀਂ ਹੋਈ। 7000 ਬੰਦਾ ਗਿਆ ਸੀ, ਆ 10-20 ਬੰਦੇ ਬਚ ਕੇ ਆਏ ਆ, ਸਾਰੇ ਲੇਖੇ ਲਾ ਦਿੱਤੇ, ਮਾਰ ਦਿੱਤੇ। ਇਸ ਬਿਦ ਰਾਵਰ ਲਸ਼ਕਰ ਮਾਰਾ। ਏਦਾਂ ਗੁਰੂ ਜੀ ਨੇ ਸਾਡਾ ਲਸ਼ਕਰ, ਤੁਹਾਡਾ ਲਸ਼ਕਰ ਮਾਰ ਦਿੱਤਾ। ਬਾਦਸ਼ਾਹ ਮੁਗਲ ਸਖਾਨ ਆਨ ਗੋਰੇ ਹਾਨਿਓ। ਮੁਗਲ ਸਖਾਨ ਨੂੰ ਗੁਰੂ ਹਰਗੋਬਿੰਦ ਨੇ ਆਪਣੇ ਹੱਥੀਂ ਝਟਕਾ ਦਿੱਤਾ। ਇੱਕੋ ਤਲਵਾਰ ਮਾਰੀ ਉਹਦੀ ਵੱਖੀ 'ਚ ਤੇ ਮੋਢੇ ਥਾਣੀ, ਸੱਜੇ ਮੋਢੇ ਥਾਣੀ ਕੱਢ ਦਿੱਤੀ। ਇੱਕ ਪਾਸੇ ਮੁਗਲ ਸਖਾਨ ਦਾ ਖੱਬਾ ਮੋਢਾ, ਬਾਂਹ ਸਾਰੀ ਤੇ ਸਿਰ, ਤੇ ਦੂਜੇ ਪਾਸੇ ਸੱਜੀ ਬਾਂਹ ਤੇ 2 ਲੱਤਾਂ ਦੇ ਸਾਰਾ ਹਿੱਸਾ ਕਰਤਾ, ਇਉਂ ਚੀਰ ਕੇ ਰੱਖ ਦਿੱਤਾ। ਭਇਓ ਕੋਪ ਹਜ਼ਰਤ ਜਬ ਸੁਨਿਓ। ਜਦੋਂ ਬਾਦਸ਼ਾਹ ਨੇ ਸੁਣਿਆ ਨਾ, ਬਾਦਸ਼ਾਹ ਨੂੰ ਅੱਗ ਲੱਗ ਗਈ, ਗੁੱਸੇ 'ਚ ਲਾਲ ਪੀੜਾ ਹੋ ਗਿਆ ਬਾਦਸ਼ਾਹ। ਇਸ ਬਿਦ ਜੇ ਗੁਰ ਕਰ ਹੈ ਟਿਠਾਈ। ਬਾਦਸ਼ਾਹ ਕਹਿਣ ਲੱਗਾ, ਜੇ ਗੁਰੂ ਇਸ ਤਰ੍ਹਾਂ ਦਾ ਢੀਠ ਹੈ, ਇਦਾਂ ਦੀ ਢੀਠਪੁਣਾ ਕਰੇਗਾ, ਸਗਰੇ ਦੇਵ ਫਤੂਰ ਉਠਾਈ। ਫਿਰ ਤਾਂ ਸਾਰੇ ਮੁਲਕ ਵਿੱਚ ਬਗਾਵਤ ਹੋ ਜਾਏਗੀ, ਫਤੂਰ ਪੈ ਜਾਏਗਾ। ਫਿਰ ਤਾਂ ਲੋਕ ਜਿਹੜੇ ਨੇ ਸਰਕਾਰ ਨੂੰ ਮੰਨਣਗੇ ਹੀ ਨਹੀਂ, ਪਰਵਾਹ ਹੀ ਨਹੀਂ ਕਰਨਗੇ ਸਰਕਾਰ ਦੀ। ਬੰਦ ਹੈ ਕੈ ਮਾਰ ਹੈ ਨਹਿ ਜਾਵਦ। ਜਿੰਨਾ ਚਿਰ ਗੁਰੂ ਹਰਗੋਬਿੰਦ ਨੂੰ ਕੈਦ ਨਹੀਂ ਕਰਦੇ ਜਾਂ ਗੁਰੂ ਹਰਗੋਬਿੰਦ ਨੂੰ ਜਾਨ ਤੋਂ ਨਹੀਂ ਮਾਰਦੇ, ਦੇਸ਼ ਰੋ ਹਮਕੋ ਸ਼ਾਂਤ ਨਾ ਤਾਵਦ। ਉਹਨਾਂ ਚਿਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੋਣੀ, ਮੁਲਕ ਵਿੱਚ ਵੀ ਸ਼ਾਂਤੀ ਨਹੀਂ ਆਉਣੀ, ਤੇ ਸਾਡਾ ਰਾਜ ਵੀ ਨਹੀਂ ਚੱਲਣਾ। ਗਨ ਉਮਰਾਵ ਸਮੀਪ ਬੁਲਾਏ। ਬਾਦਸ਼ਾਹ ਨੇ ਸਾਰੇ ਅਫਸਰ ਦਰਬਾਰ 'ਚ ਸੱਦੇ, ਮੀਟਿੰਗ ਸੱਦੀ ਹੈ। ਹਾਂਜੀ, ਜਿਨ ਮਹਿ ਮੁਖ ਵਜ਼ੀਰ ਖਾਂ ਆਏ। ਉਹਨਾਂ 'ਚੋਂ ਭਾਈ ਵਜ਼ੀਰ ਖਾਂ ਜੀ ਵੀ ਆ ਗਏ, ਜਿਹੜੇ ਗੁਰੂ ਘਰ ਦੇ ਪ੍ਰੇਮੀ ਹਨ। ਹਾਂਜੀ, ਜਹਾਂਗੀਰ ਕੇ ਨਿਕਟ ਰਹੰਤਾ। ਇਹ ਉਹ ਵਜ਼ੀਰ ਖਾਂ ਹੈ ਜਿਹੜਾ ਬਾਦਸ਼ਾਹ ਜਹਾਂਗੀਰ ਕੋਲ ਵੀ ਰਿਹਾ, ਹੁਣ ਸ਼ਾਹਜਹਾਨ ਕੋਲ ਹੈ। 2 ਪਾਠ ਸੁਖਮਨੀ ਸਾਹਿਬ ਦੇ ਨੇਮ ਨਾਲ ਕਰਦਾ ਸੀ। ਹਾਂਜੀ, ਮਨ ਹੈ ਹਜ਼ਰਤ ਜਥਾ ਕਹੰਤਾ। ਬਾਦਸ਼ਾਹ ਦਾ ਹੁਕਮ ਮੰਨਣਾ ਪੈਂਦਾ, ਜੋ ਬਾਦਸ਼ਾਹ ਕਹਿੰਦਾ ਉਹ ਵੀ ਮੰਨਦਾ ਸੀ। ਹਾਂਜੀ, ਬੋਲਿਓ ਸ਼ਾਹੋ ਸਭਿਨ ਕੇ ਸੰਗ। ਬਾਦਸ਼ਾਹ ਨੇ ਭਰੀ ਕਚਹਿਰੀ 'ਚ ਸਾਰਿਆਂ ਨੂੰ ਆਖਿਆ, ਸੁਨਿਓ ਹੋਏ ਤੁਮ ਗੁਰੂ ਪ੍ਰਸੰਗ। ਹਾਂ ਬਈ, ਤੁਸੀਂ ਸੁਣ ਲਿਆ ਗੁਰੂ ਬਾਰੇ, ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਕਿਉਂ ਬੁਲਾਇਆ। ਜਿਹੜੀ ਸਾਡੇ ਸਾਹਮਣੇ ਅੱਜ ਸਮੱਸਿਆ ਆਈ ਬਹੁਤ ਵੱਡੀ ਹੈ। ਗੁਰੂ ਹਰਗੋਬਿੰਦ ਨੇ ਸਾਡੀ 7000 ਫੌਜ ਮਾਰ ਦਿੱਤੀ ਹੈ। ਮਹਾਸ਼ਤਰ ਸਮਕੀਨੀ ਬਾਤ। ਉਹਨੇ ਬੜੀ ਵੱਡੀ ਦੁਸ਼ਮਣੀ ਕੀਤੀ ਸਰਕਾਰ ਦੇ ਖਿਲਾਫ। ਐਡਾ ਵੱਡਾ ਹੌਸਲਾ ਕੋਈ ਨਹੀਂ ਕਰਦਾ ਜਿੱਡਾ ਉਹਨੇ ਕੀਤਾ ਹੈ। ਸੈਨਾ ਪਠੀ ਭਈ ਸਭ ਕਾਤ। ਗੁਰੂ ਨੇ ਸਾਡੀ ਭੇਜੀ ਫੌਜ ਸਾਰੀ ਮਾਰ ਦਿੱਤੀ ਹੈ। ਅਬਗਮ ਨਹੁ ਉਮਰਾਵ ਕਨੇਰੇ। ਭਾਈ ਹੁਣ ਤੁਸੀਂ ਜਿਹੜੇ ਜਰਨੈਲ ਯੋਧੇ ਵੱਡੇ ਵੱਡੇ, ਤੁਸੀਂ ਕੀ ਕਰਨਾ? ਜਾਓ ਹੁਣ ਗੁਰੂ ਨੂੰ ਬੰਨ੍ਹ ਕੇ ਲਿਆਓ, ਫੜ ਕੇ ਲਿਆਓ, ਜੇਲ੍ਹ 'ਚ ਸੁੱਟੋ ਜਾਂ ਮਾਰ ਦਿਓ। ਤੋਪ ਜਮੂਰੇ ਲੈ ਹੋ ਬਡੇਰੇ। ਜਿੰਨੀਆਂ ਤੋਪਾਂ ਚਾਹੀਦੀਆਂ ਨੇ, ਜਿੰਨੇ ਜਮੂਰੇ ਰਹਿਕਲੇ ਚਾਹੀਦੇ ਨੇ, ਲੈ ਜਾਓ ਖਜ਼ਾਨੇ 'ਚੋਂ। ਗਹਿ ਅਨਹੋ ਕਹਿ ਕਰ ਹੋ ਸੰਘਾਰ। ਜਾਂ ਤਾਂ ਜਿਉਂਦਾ ਫੜ ਕੇ ਲਿਆਓ, ਨਹੀਂ ਤਾਂ ਮਾਰ ਦਿਓ ਉਸ ਨੂੰ। ਹੋਏ ਤਦਾਰਕ ਕਰ ਬੇਰਾਰ। ਜਦੋਂ ਉਹਨੂੰ ਸਜ਼ਾ ਮਿਲੇਗੀ ਤਾਂ ਲੜਾਈ ਤੁਹਾਨੂੰ ਪਤਾ ਲੱਗੇਗਾ ਵੀ ਸਰਕਾਰ ਦੇ ਖਿਲਾਫ ਬਗਾਵਤ ਕਿਵੇਂ ਕਰੀਦੀ ਹੈ। ਲਿਓ ਬਾਜ਼ ਸੋਧਿਓ ਨਾ ਕੋਈ। ਸਾਡਾ ਬਾਜ ਖੋਹ ਲਿਆ ਤੇ ਵਾਪਸ ਨਹੀਂ ਦਿੱਤਾ ਗੁਰੂ ਨੇ। ਅਰਿਓ ਲਰਿਓ ਲਸ਼ਕਰ ਸੰਗ ਸੋਈ। ਤੇ ਸਾਡੀਆਂ ਫੌਜਾਂ ਦੇ ਮੁਕਾਬਲੇ ਤੇ ਖੜਾ ਹਰ ਵੇਲੇ ਸਾਡੀ ਛਾਤੀ ਤੇ ਮੂੰਗ ਦਲ ਰਿਹਾ, ਉਹ ਤਾਂ ਪਰਵਾਹ ਨਹੀਂ ਕਰਦਾ ਸਾਡੀ। ਸਭ ਉਮਰਾਵਨ ਕਹਿਓ ਸੁਨਾਏ। ਸਾਰੇ ਅਫਸਰਾਂ ਨੇ ਅੱਗੋਂ ਜਵਾਬ ਦਿੱਤਾ ਬਾਦਸ਼ਾਹ ਨੂੰ, ਜਿਉਂ ਰਾਵਰ ਕੀ ਹੋਏ ਰਜ਼ਾਏ। ਬਾਦਸ਼ਾਹ ਜਿਵੇਂ ਤੁਹਾਡਾ ਹੁਕਮ, ਅਸੀਂ ਤਿਆਰ ਹਾਂ, ਅਸੀਂ ਹੁਣੇ ਜਾਵਾਂਗੇ,
ਅਸੀਂ ਗੁਰੂ ਹਰਗੋਬਿੰਦ ਨੂੰ ਬੰਨ੍ਹ ਕੇ ਲਿਆਵਾਂਗੇ। ਹਾਂਜੀ। ਸੁਨਤ ਵਜ਼ੀਰ ਖਾਨ ਕਰ ਜੋੜੇ, ਕੋਲ ਭਾਈ ਵਜੀਦ ਖਾਨ ਜੀ ਖੜੇ ਸੀ, ਹੱਥ ਜੋੜ ਕੇ ਕਹਿਣ ਲੱਗੇ ਬਾਦਸ਼ਾਹ ਨੂੰ, ਤੁਮਰੇ ਬਾਜ਼ ਨਹੀਂ ਕਿਤ ਥੋਰੇ। ਬਾਦਸ਼ਾਹ ਸਲਾਮਤ, ਤੁਸੀਂ ਵੱਡੇ ਹੋ, ਮੈਂ ਛੋਟਾ ਹਾਂ, ਪਰ ਛੋਟਾ ਮੂੰਹ ਬੜੀ ਬਾਤ ਹੈ। ਸਲਾਹ ਤੁਹਾਨੂੰ ਮੈਂ ਦੇ ਨਹੀਂ ਸਕਦਾ, ਪਰ ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਦੱਸਣਾ। ਤੁਹਾਨੂੰ ਕੋਈ ਬਾਜ਼ਾਂ ਦੀ ਕਮੀ ਹੈ? ਤੁਹਾਡੇ ਕੋਲ ਬਾਜ਼ ਥੋੜ੍ਹੇ ਨੇ, ਤੁਹਾਡੇ ਕੋਲ ਬੜੇ ਬਾਜ਼ ਨੇ। ਇੱਕ ਬਾਜ਼ ਚਲਾ ਗਿਆ ਤੇ ਬਾਜ਼ ਪਿੱਛੇ ਇੰਨੇ ਬੰਦੇ ਮਰਵਾਉਣ ਦੀ ਕੀ ਲੋੜ ਹੈ? ਅਨਕ ਵਲਾਇਤ ਤੇ ਚਲ ਆਵੈਂ, ਬੜੇ ਬੜੇ ਸੋਹਣੇ ਸੋਹਣੇ ਬਾਜ਼ ਤੁਹਾਡੇ ਕੋਲ ਬਾਹਰਲੇ ਮੁਲਕਾਂ ਤੋਂ ਰੋਜ਼ ਆਉਂਦੇ ਨੇ। ਹਾਂਜੀ। ਲਿਹੋ ਮੰਗਾਏ ਜੇਤਕ ਮਨ ਭਾਵੈਂ, ਜਿੰਨੇ ਹੋਰ ਚਾਹੀਦੇ ਨੇ ਹੋਰ ਮੰਗਾ ਲਓ, ਤੁਹਾਨੂੰ ਕੋਈ ਕਮੀ ਹੈ? ਲੱਖਾਂ ਰੁਪਈਆ ਤੁਸੀਂ ਬਾਜ਼ਾਂ ਦੇ ਖਰਚ ਸਕਦੇ ਹੋ। ਪਿਤਾ ਆਪ ਕੇ ਢਿਗ ਗੁਰ ਗਏ, ਤੁਹਾਡੇ ਪਿਤਾ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ ਸਨ। ਕਿੰਚ ਬੇਗ ਮੈਂ ਲਿਆਵਤ ਭਏ, ਮੈਂ ਗੁਰੂ ਜੀ ਨੂੰ ਜਾ ਕੇ ਲਿਆਇਆ ਸੀ ਮਿਲਣ ਵਾਸਤੇ। ਕਿੰਚ ਬੇਗ ਮੇਰੇ ਨਾਲ ਗਿਆ ਸੀ। ਹਾਂਜੀ। ਚੰਦ ਦੀਵਾਨ ਉਪਾਏ ਬਨਾਏ, ਦੀਵਾਨ ਚੰਦੂ ਨੇ ਬਹੁਤ ਝੂਠੀਆਂ ਸੱਚੀਆਂ ਸ਼ਿਕਾਇਤਾਂ ਲਾ ਕੇ ਗੁਰੂ ਜੀ ਨੂੰ ਫਸਾਇਆ ਸੀ। ਹਾਂਜੀ। ਦੁਰਗ ਗਵਾਲੀਅਰ ਦੇ ਪੁਚਾਏ, ਗਵਾਲੀਅਰ ਦੇ ਕਿਲੇ 'ਚ ਪਹੁੰਚਾ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ। 40 ਦਿਵਸ ਬੀਤ ਗਏ ਜਬ ਹੂੰ, ਜਦੋਂ 40 ਦਿਨ ਬੀਤ ਗਏ ਸਨ ਜਿਸ ਮਹਿ ਸ਼ੇਰ ਆਏ ਦੁਐ ਤਬ ਹੂੰ। ਤੇ ਉਸ ਵੇਲੇ ਰਾਤ ਨੂੰ 2 ਸ਼ੇਰ ਆਉਂਦੇ ਸੀਗੇ, ਹਜ਼ਰਤ ਜਿਹੜੇ ਬਾਦਸ਼ਾਹ ਤੁਹਾਡੇ ਪਿਤਾ ਦੀ ਛਾਤੀ ਤੇ ਚੜ ਜਾਂਦੇ ਸੀ। ਹਾਂਜੀ। ਹਜ਼ਰਤ ਕੀ ਛਾਤੀ ਧਰ ਪਾਏ, ਬਾਦਸ਼ਾਹ ਸਲਾਮਨ ਤੁਹਾਡੇ ਪਿਤਾ ਹਜ਼ਰਤ ਜਹਾਂਗੀਰ ਸ਼ਹਿਨਸ਼ਾਹ ਦੀ ਛਾਤੀ ਤੇ ਪੈਰ ਧਰ ਦਿੰਦੇ ਸੀ ਉਹ ਸ਼ੇਰ ਆ ਕੇ। ਡਰ ਕਰ ਸਤਿਗੁਰ ਕੋ ਚਿਤ ਤੇ ਲਿਆਏ, ਤੁਹਾਡੇ ਪਿਤਾ ਜੀ ਉਦੋਂ ਡਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਸੀ। ਹਾਂਜੀ। ਦੋਨੋਂ ਹੱਥਨ ਗਹੇ ਰੁਮਾਲ, ਤੇ ਗੁਰੂ ਹਰਗੋਬਿੰਦ ਜੀ ਆ ਕੇ ਦੋਹਾਂ ਹੱਥਾਂ 'ਚ ਰੁਮਾਲ ਫੜ ਕੇ ਇਸ਼ਾਰਾ ਕਰਦੇ, ਸ਼ੇਰ ਪਿੱਛੇ ਹਟ ਜਾਂਦੇ ਸੀ। ਗੁਰੂ ਹਟਾਵੈਂ ਬਲ ਕੇ ਨਾਲ, ਗੁਰੂ ਆਪਣੀ ਸ਼ਕਤੀ ਨਾਲ ਉਹਨਾਂ ਸ਼ੇਰਾਂ ਨੂੰ ਰੋਕ ਦਿੰਦੇ ਸੀ। ਪੁਨ ਆਵਾਜ਼ ਕੋ ਸੁਨ ਹੈ ਐਸੇ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਰੱਖਿਆ ਕਰਦੇ ਸੀ, ਉਹਨਾਂ ਦੀ ਆਵਾਜ਼ ਸੁਣਦਾ ਸੀ ਬਾਦਸ਼ਾਹ। ਗੁਰੂ ਹਕਾਰ ਹੋ ਜੈਸੇ ਕੈਸੇ, ਤੇ ਗੁਰੂ ਨੂੰ ਬਾਹਰ ਬੁਲਾਓ। ਤੇ ਫਿਰ ਤੁਹਾਡੇ ਪਿਤਾ ਨੇ ਗੁਰੂ ਨੂੰ ਬਾਹਰ ਬੁਲਾਇਆ ਸੀ। ਹਾਂਜੀ। ਹੋਤ ਪ੍ਰਾਤ ਕੇ ਮੋਹੇ ਬੁਲਾਇਓ, ਸਵੇਰੇ ਮੈਨੂੰ ਬੁਲਾਇਆ ਸੀ ਬਾਦਸ਼ਾਹ ਨੇ, ਨਿਸ ਪ੍ਰਸੰਗ ਕੋ ਸਰਬ ਸੁਨਾਇਓ। ਰਾਤ ਦੇ ਸੁਪਨੇ ਦੀ ਸਾਰੀ ਗੱਲ ਦੱਸੀ ਸੀ। ਲੈਨ ਹੇਤ ਜਬ ਮੋਹੇ ਪਠਾਵਾ, ਤੇ ਮੈਂ ਗੁਰੂ ਜੀ ਨੂੰ ਲੈਣ ਗਵਾਲੀਅਰ ਗਿਆ ਸੀ। ਤਾਰ ਨਸ਼ੇਰ ਨਾ ਫੇਰ ਦਿਖਾਵਾ, ਉਸ ਤੋਂ ਬਾਅਦ ਫਿਰ ਬਾਦਸ਼ਾਹ ਨੂੰ ਸ਼ੇਰ ਨਹੀਂ ਦਿਖਾਈ ਦਿੱਤੇ। ਤਿਨ ਕੇ ਕਹੇ 52 ਰਾਜੇ, ਗੁਰੂ ਹਰਗੋਬਿੰਦ ਸਾਹਿਬ ਦਾ ਕਹਿਣਾ ਮੰਨ ਕੇ 52 ਰਾਜੇ ਤੁਹਾਡੇ ਪਿਤਾ ਨੇ ਛੱਡੇ ਸੀ ਗਵਾਲੀਅਰ ਦੀ ਜੇਲ੍ਹ 'ਚੋਂ। ਛੋੜ ਦੀਏ ਆਪਣੇ ਸੁਖ ਕਾਜੇ, ਆਪਣੇ ਸੁੱਖ ਪਿੱਛੇ 52 ਰਾਜੇ ਛੱਡਦੇ ਸੀ ਤੁਹਾਡੇ ਪਿਤਾ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਅੱਧਾ ਬੋਲ ਸੁਣ ਕੇ। ਨਿਕਟ ਬੁਲਾਏ ਅਧਿਕ ਸਨਮਾਨੇ, ਤੇ ਗੁਰੂ ਜੀ ਦਾ ਸਨਮਾਨ ਕੀਤਾ ਸੀ ਆਪਣੀ ਕਚਹਿਰੀ 'ਚ ਬਿਠਾ ਕੇ। ਜਬਰ ਜਵਾਹਰ ਅਰਪਨ ਠਾਨੇ, ਬੜੇ ਸੋਹਣੇ ਹੀਰੇ ਮੋਤੀਆਂ ਦੀ ਮਾਲਾ ਤੇ ਕਲਗੀਆਂ ਤੇ ਬਹੁਤ ਸਾਰੀ ਮਾਇਆ ਭੇਟਾ ਕੀਤੀ ਸੀ ਤੁਹਾਡੇ ਪਿਤਾ ਨੇ। ਤਿਨ ਕੇ ਕਹੇ ਚੰਦ ਗਹਿਵਾਇਓ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕਹੇ ਤੇ ਚੰਦੂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਸੀ। ਪਿਤਾ ਬੈਰ ਤੇ ਗੁਰ ਮਰਵਾਇਓ, ਗੁਰੂ ਜੀ ਨੇ ਆਪਣੇ ਪਿਤਾ ਦਾ ਬਦਲਾ ਲੈਣ ਲਈ ਉਹਨੂੰ ਮਰਵਾ ਦਿੱਤਾ ਸੀ। ਕਰਾਮਾਤ ਕੇ ਧਨੀ ਬਡੇਰੇ, ਇਹ ਗੁਰੂ ਹਰਗੋਬਿੰਦ ਸਾਹਿਬ ਬੜੇ ਕਰਾਮਾਤਾਂ ਦੇ ਧਨੀ ਨੇ, ਸ਼ਕਤੀਆਂ ਦੇ ਮਾਲਕ ਨੇ। ਕਰੈ ਬਾਕ ਤੇ ਹਤ ਹੈ ਕਨੇਰੇ, ਇਹ ਆਪਣੇ ਬਚਨ ਨਾਲ ਜਿਵਾ ਸਕਦੇ ਆ, ਬਚਨ ਨਾਲ ਹੀ ਮਾਰ ਸਕਦੇ ਆ। ਸੰਗ ਰਖੇ ਆਪਣੇ ਚਿਰਕਾਲ, ਤੇ ਬਾਦਸ਼ਾਹ ਨੇ ਕਿੰਨਾ ਚਿਰ ਆਪਣੇ ਨਾਲ ਰੱਖਿਆ ਸੀ। ਤੇ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀਗੇ। ਨਿਜ ਸੈਨਾ ਦੇ ਕਰ ਸੰਗ ਨਾਲ, ਆਪਣੀ ਫੌਜ ਨਾਲ ਲੈ ਕੇ ਜਾਂਦੇ ਸੀ ਮਹਾਰਾਜ ਛੇਵੇਂ ਪਾਤਸ਼ਾਹ। ਕਰਤ ਰਹਿਓ ਸਭ ਰੀਤ ਅਦਾਇਬ, ਤੁਹਾਡਾ ਪਿਤਾ ਹਰ ਵੇਲੇ ਉਹਨਾਂ ਦਾ ਅਦਬ ਕਰਿਆ ਕਰਦਾ ਸੀ। ਵਿਖ ਘਰ ਪ੍ਰੇਮ ਰਹੇ ਸੰਗ ਸਾਹਿਬ, ਤੇ ਸਤਿਗੁਰੂ ਜੀ ਨਾਲ ਰਹੇ ਸਨ। ਸੋ ਤੁਮ ਜਾਣਤ ਹੋ ਸਭ ਭਾਂਤ, ਉਹ ਤੁਹਾਨੂੰ ਸਭ ਪਤਾ ਹੈ, ਤੁਹਾਨੂੰ ਕਿਹੜਾ ਨਹੀਂ ਪਤਾ, ਤੁਹਾਡੇ ਸਾਹਮਣੇ ਹੋਈ ਗੱਲ ਸਾਰੀ। ਕਹਾਂ ਸੁਨਾਵੋ ਮੈਂ ਬਰ ਕਰ ਮੈਂ ਬਾਤ, ਤੁਹਾਨੂੰ ਕੀ ਦੱਸਾਂ ਬਾਦਸ਼ਾਹ, ਰਾਵਰ ਕੇ ਸਰੀਰ ਕੀ ਖੈਰ। ਮੈਂ ਇਹ ਚਾਹੁੰਦਾ ਵੀ ਤੁਹਾਡੇ ਸਰੀਰ ਦੀ ਖੈਰ ਰਵੇ। ਤੁਸੀਂ ਇਹਨਾਂ ਸਾਧੂਆਂ ਸੰਤਾਂ ਨਾਲ ਕੀ ਲੈਣਾ ਲੜ ਕੇ। ਹਾਂਜੀ। ਚਾਹੇ ਸਦਾ ਨ ਕਰੋ ਗੁਰ ਬੈਰ, ਗੁਰੂਆਂ ਨਾਲ ਵੈਰ ਨਹੀਂ ਕਰੀਦਾ। ਇਸ ਤਰ੍ਹਾਂ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਉਹ ਜਿਹੜਾ ਮਨ 'ਚ ਵੈਰ ਸੀ ਨਾ ਉਹ ਦੂਰ ਕਰਨ ਦੇ ਲਈ ਸਮਝਾਇਆ। ਇਸ ਵੇਲੇ ਤਾਂ ਲੜਾਈ ਟਲ ਗਈ ਹੈ, ਪਰ ਇਹ ਲੜਾਈਆਂ ਕਰਨ ਵਾਲੇ ਸੂਰਮੇ ਨਹੀਂ ਟਲਿਆ ਕਰਦੇ। ਜਦੋਂ ਫਿਰ ਰੁਹੇਲੇ ਪਿੰਡ ਮਹਾਰਾਜ ਜਾ ਡੇਰਾ ਲਾਇਆ, ਭਗਵਾਨ ਦਾਸ ਘੇਰੜ ਨੂੰ ਸੋਧਾ ਲਾਤਾ, ਫਿਰ ਜੰਗ ਹੋ ਗਿਆ। ਫਿਰ ਬਿਧੀ ਚੰਦ ਘੋੜੇ ਕੱਢ ਲਿਆਇਆ, ਫਿਰ ਜੰਗ ਹੋ ਗਿਆ।
ਉਹ ਕਥਾਵਾਂ ਅੱਗੇ ਚੱਲਣਗੀਆਂ, ਪਰ ਥੋੜ੍ਹਾ ਥੋੜ੍ਹਾ ਸਮਾਂ ਇਹਨਾਂ ਜੰਗਾਂ ਵਿੱਚ ਸਾਲ 1.5 ਸਾਲ 200 ਸਾਲ 2 ਸਾਲ ਦਾ ਇਹ ਫਰਕ ਪੈਂਦਾ ਗਿਆ। ਸੋ ਉਹ ਕਥਾ ਸਮੇਂ ਸਮੇਂ ਨਾਲ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ